ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ ਨਿਰਮਲ ਸਿੰਘ ਮਾਨ ਨੂੰ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ। 2 ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਇਹ ਸਾਰਾ ਕੁਛ ਟਰੱਕ ਟ੍ਰੇਲਰ ਦੇ ਪਾਰਟਸ ਖਰੀਦ ਸਕਦੇ ਹੋ। ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੋਂ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਸਟਾਕਟਨ ਲਈ ਕਾਲ 2094102222 ਤੇ ਟਰਲਕ ਲਈ ਕਾਲ 2096687183। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਟਰੱਕਿੰਗ ਦੀਆਂ ਗੱਲਾਂ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਪ੍ਰਵੀਨ ਜੀ ਆਪਾਂ ਨਜ਼ਰ ਮਾਰਦੇ ਹਾਂ। ਜੀ ਬਿਲਕੁਲ। ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ, ਚਰਚਿਤ ਖਬਰ ਆ, ਉਹ ਅਮਰੀਕੀ ਨਾਗਰਿਕ ਦੇ ਨਾਲ ਹੀ ਜੁੜੀ ਆ। ਰੂਸ ਦੇ ਵਿੱਚ ਇੱਕ US ਸਿਟੀਜ਼ਨ ਨੂੰ 12 ਸਾਲਾਂ ਦੀ ਕੈਦ ਹੋਈ ਆ। ਰੂਸ ਦੀ ਇੱਕ ਅਦਾਲਤ ਨੇ ਕੈਦ ਸੁਣਾਈ ਆ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ। ਤੇ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਹੈ ਕਿ ਇਸ ਬੀਬੀ ਨੇ ਯੂਕਰੇਨ ਨੂੰ ਫੰਡ ਦਿੱਤਾ ਸੀਗਾ, ਉਹਨੂੰ ਮਨੀ ਡੋਨੇਟ ਕੀਤੇ ਸੀਗੇ, ਇਸ ਕਰਕੇ ਇਹਦੇ ਤੇ ਦੇਸ਼ ਧਰੋਹ ਦੇ ਜਿਹੜੇ ਦੋਸ਼ ਆ ਉਹ ਲੱਗੇ ਸੀਗੇ। ਯੇਕਾਟਰਿਨਬਰਗ ਇੱਕ ਸ਼ਹਿਰ ਆ, ਉੱਥੋਂ ਦੀ ਅਦਾਲਤ ਨੇ ਇਹ ਦਾਅਵਾ ਕੀਤਾ ਜਦੋਂ ਉੱਥੇ ਜ਼ਿਰਾ ਹੋਈ ਹੈ, ਬਹਿਸ ਹੋਈ ਹੈ, ਕਿ 32 ਸਾਲਾ ਕਿਸੇਨੀਆ ਕੈਰੇਲੀਨਾ ਇਹਨੇ ਜਿਹੜਾ ਦਾਨ ਦਿੱਤਾ ਸੀਗਾ ਉਹਦੇ ਵਰਤੋਂ ਯੂਕਰੇਨ ਦੇ ਵਿੱਚ ਰਣਨੀਤਿਕ ਦਵਾਈਆਂ, ਸਾਜ਼ੋ ਸਮਾਨ, ਹਥਿਆਰ ਤੇ ਗੋਲਾ ਬਰੂਦ ਖਰੀਦਣ ਦੇ ਲਈ ਕੀਤੀ ਗਈ ਹੈ। ਜਦੋਂ ਇਹ ਪੂਰੇ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨੇ ਕਿੰਨਾ ਦਾਨ ਦਿੱਤਾ ਸੀਗਾ, ਵੀ ਜਿਹੜਾ ਇਹਦੇ ਤੇ ਮਾਮਲਾ ਚਲਾਇਆ ਗਿਆ, ਇਹਨੇ $50 ਦਾਨ ਦੇ ਦਿੱਤੇ ਸੀਗੇ, ਉਹਦੇ ਕਰਕੇ 12 ਸਾਲਾਂ ਦੀ। ਹਾਂਜੀ। ਤੇ ਇਹ ਜਿਹੜੀ ਬੀਬੀ ਹੈ ਕਿਸੇਨੀਆ ਕੈਰੇਲੀਨਾ, ਇਹ ਉੱਥੋਂ ਦੀ ਜਿਹੜੀ ਰੂਸ ਦੀ ਨਾਗਰਿਕ ਸੀਗੀ ਤੇ 2021 ਦੇ ਵਿੱਚ ਇਹਨੇ US ਸਿਟੀਜ਼ਨ ਦੇ ਨਾਲ ਵਿਆਹ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਇੱਥੋਂ ਦੀ ਨਾਗਰਿਕਤਾ, ਦੋਹਰੀ ਨਾਗਰਿਕਤਾ ਸੀਗੀ ਇਹਦੇ ਕੋਲੇ। ਤੇ ਇੱਥੇ ਕੰਮ ਕਰ ਰਹੀ ਸੀ, ਹੁਣ ਲਾਸ ਐਂਜਲਸ ਦੇ ਵਿੱਚ ਰਹਿੰਦੀ ਸੀ, ਇੱਕ ਸਪਾ ਦੇ ਉੱਤੇ ਕੰਮ ਕਰਦੀ ਸੀ। ਪਰ ਕਿਉਂਕਿ ਉਹਨੇ ਯੂਕਰੇਨ ਨੂੰ $50, ਸ਼ਾਇਦ ਉਹਨੇ ਅਮਰੀਕਾ ਦੇ ਵਿੱਚੋਂ ਇਹ ਸੋਚਿਆ ਹੋਣਾ ਕਿ ਮੈਂ ਚੱਲ ਦਾਨ ਦੇ ਦਿੰਦੀ ਆ, ਤਾਂ ਉਹਨੇ $50 ਦਾਨ ਦੇਣ ਕਰਕੇ ਹੁਣ 12 ਸਾਲਾਂ ਦੀ ਕੈਦ ਕੱਟਣੀ। ਬਿਲਕੁਲ। ਰੂਸ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਉਹ ਕਾਮਰੇਡਾਂ ਦੇ ਮੁਲਕ ਦੇ ਵਿੱਚ ਉੱਥੇ ਚੱਲਦਾ ਕੀ ਆ, ਕਹਿਣ ਨੂੰ ਤਾਂ ਉਹ ਕਾਮਰੇਡੀ ਜਿਹੜੀ ਵਿਚਾਰਧਾਰਾ ਤੇ ਆ, ਪਰ ਅਥੋਰੀਟੇਰੀਅਨ ਜਿਹੜਾ ਰੂਲ ਆ ਉੱਥੇ ਪੂਰਾ ਆਪਣੇ ਸਾਹਮਣੇ ਆ। ਰੀਸੈਂਟਲੀ ਆਪਾਂ ਦੇਖਿਆ ਵੀ ਵਾਲ ਸਟਰੀਟ ਜਰਨਲ ਦੇ ਇੱਕ ਪੱਤਰਕਾਰ US ਮਰੀਨ ਤੇ ਉਸਦੇ ਨਾਲ 2 ਜਣੇ ਹੋਰ ਆ, ਉਹਨਾਂ ਨੂੰ ਵਾਪਸ ਲਿਆਂਦਾ ਗਿਆ ਸੀ। ਪ੍ਰਿਜ਼ਨ ਐਕਸਚੇਂਜ ਪ੍ਰੋਗਰਾਮ ਜਿਹੜਾ ਉਹ ਹੋਇਆ ਸੀ, ਤੇ ਹੁਣ ਇੱਕ ਹੋਰ ਅਮਰੀਕੀ ਦੋਹਰੀ ਨਾਗਰਿਕਤਾ ਵਾਲੀ ਜਿਹੜੀ ਬੀਬੀ ਆ ਉਸ ਨੂੰ 12 ਸਾਲ ਦੀ ਸਜ਼ਾ ਹੋਈ ਆ। ਅਗਲੀ ਗੱਲ ਕਰੀਏ, ਕਮਲਾ ਹੈਰਿਸ ਦਾ ਕੈਂਪੇਨ ਪ੍ਰਪੋਜ਼ ਕਰ ਰਿਹਾ ਆ, ਕਹਿੰਦੇ ਵੀ ਅਸੀਂ ਫੈਡਰਲ ਬੈਨ ਲਾਉਣਾ ਚਾਹੁੰਦੇ ਆ ਕਾਰਪੋਰੇਟ ਪ੍ਰਾਈਸ ਗੌਜਿੰਗ ਦੇ ਉੱਤੇ। ਜਿਹੜੀ ਫੂਡ ਤੇ ਗਰੋਸਰੀਜ਼ ਦੇ ਉੱਤੇ ਅਕਸਰ ਜਦੋਂ ਆਫਤ ਆਉਂਦੀ ਆ ਉਸ ਟਾਈਮ ਪ੍ਰਾਈਸ ਗੌਜਿੰਗ ਕਰ ਲਈ ਜਾਂਦੀ ਆ, ਵੀ ਉਸ ਦੇ ਉੱਤੇ ਜਿਹੜਾ ਉਹ ਆਪਾਂ ਪ੍ਰਪੋਜ਼ ਕਰ ਰਹੇ ਹਾਂ। ਸੋ ਇਹਨਾਂ ਦੇ ਕੈਂਪੇਨ ਨੇ ਅੱਜ ਇਹ ਅਨਾਊਂਸ ਕੀਤਾ, ਕਹਿੰਦੇ ਵੀ ਜੇ ਮੈਂ ਜਿੱਤਦੀ ਹਾਂ ਤੇ ਮੈਂ ਵਾਅਦਾ ਕਰਦੀ ਹਾਂ ਵੀ ਉਹ ਜਸਟਿਸ ਡਿਪਾਰਟਮੈਂਟ ਨੂੰ ਡਾਇਰੈਕਟ ਕਰਨਗੇ, ਵੀ ਡਾਇਰੈਕਟਲੀ ਵੀ ਉਹ ਉਸ ਦੇ ਉੱਤੇ ਨਜ਼ਰ ਰੱਖਣ। ਪੋਟੈਂਸ਼ੀਅਲ ਮਰਜਰਸ, ਜਿਹੜੇ ਵੱਡੀਆਂ ਗਰੋਸਰੀ ਦੀਆਂ ਚੇਨਸ ਆ ਉਹ ਆਪਸ ਦੇ ਵਿੱਚ, ਤੇ ਜਿਹੜੇ ਫੂਡ ਪ੍ਰੋਡਿਊਸਰ ਆ ਉਹ ਆਪਸ ਦੇ ਵਿੱਚ ਕਿੱਦਾਂ ਉਹਨਾਂ ਦਾ ਮਰਜਰ ਜਿਹੜਾ ਉਹ ਹੋ ਰਿਹਾ ਹੈ। ਸੋ ਬੈਨ ਦੇ ਜਿਹੜਾ ਕਹਿੰਦੇ ਵੀ ਉਹਨਾਂ ਦਾ ਮੁੱਖ ਤੌਰ ਦੇ ਉੱਤੇ ਇਹੀ ਆ ਵੀ ਇਸ ਮੌਕੇ ਜਿਹੜੀ ਫੂਡ ਦੀ ਕੀਮਤਾਂ ਆ, ਚਾਹੇ ਮੀਟ ਆ, ਗਰੋਸਰੀਜ਼ ਆ, ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਜਿਹੜਾ ਉਹ ਹੋਇਆ ਆ ਤੇ ਲੋਕ ਖਾਸੇ ਪਰੇਸ਼ਾਨ ਆ। ਸੋ ਕਾਰਪੋਰੇਟ ਪ੍ਰਾਈਸ ਗੌਜਿੰਗ ਦੇ ਉੱਤੇ ਕਹਿੰਦੇ ਵੀ ਅਸੀਂ ਸ਼ਿਕੰਜਾ ਕੱਸਾਂਗੇ। ਜੀ
ਅਗਲੀ ਜਿਹੜੀ ਖਬਰ ਆਪਾਂ ਪੰਜਾਬੀ ਰੇਡੀਓ ਜੈਸੇ ਉੱਤੇ ਵਰਲਡ ਲੈਵਲ ਦੀਆਂ ਜਿੰਨੀਆਂ ਵੀ ਵੱਡੀਆਂ ਖਬਰਾਂ ਉਹਨਾਂ ਤੇ ਚਰਚਾ ਕਰਦੇ ਰਹੇ ਨੇ, ਤੇ ਥਾਈਲੈਂਡ ਬਾਰੇ ਆਪਾਂ ਅਕਸਰ, ਕਿਉਂਕਿ ਉੱਥੋਂ ਖਬਰਾਂ, ਉੱਥੇ ਸਿਆਸੀ ਜਿਹੜੇ ਹਾਲਾਤ ਨੇ ਉਹ ਕੋਈ ਬਹੁਤੇ ਚੰਗੇ ਨਹੀਂਗੇ। ਹੁਣ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ, ਥਾਈਲੈਂਡ ਦੀ ਕੋਰਟ ਨੇ ਪ੍ਰਧਾਨ ਮੰਤਰੀ ਸ਼੍ਰੇਆ ਥਾਵੀਸਨ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਦੇ ਮਾਮਲੇ ਦੇ ਕਰਕੇ ਅਹੁਦੇ ਤੋਂ ਹਟਾ ਦਿੱਤਾ ਹੈ। ਥਾਈ ਸਿਆਸਤ ਦੇ ਲਈ ਇਹ ਕਹਿੰਦੇ ਇੱਕ ਹੋਰ ਝਟਕਾ, ਕਿਉਂਕਿ ਹਫ਼ਤਾ ਪਹਿਲਾਂ ਕੋਰਟ ਦੇ ਹੁਕਮਾਂ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਨੂੰ ਭੰਗ ਕਰ ਦਿੱਤਾ ਗਿਆ ਸੀਗਾ। ਸੰਵਿਧਾਨਕ ਅਦਾਲਤ ਨੇ ਸ਼੍ਰੇਆ ਨੂੰ ਇੱਕ ਕੈਬਨਿਟ ਮੈਂਬਰ ਦੀ ਨਿਯੁਕਤੀ ਬਾਰੇ ਦੋਸ਼ੀ ਕਰਾਰ ਦਿੱਤਾ ਹੈ, ਜਿਸ ਨੂੰ ਅਦਾਲਤ ਦੇ ਇੱਕ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਹੋਈ ਸੀਗੀ। ਅਸਲ ਦੇ ਵਿੱਚ ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਭਰਨ ਦੇ ਲਈ ਸੰਸਦ ਕੋਲੇ ਖੁੱਲ੍ਹਾ ਸਮਾਂ ਹੈ, ਤੇ ਸ਼੍ਰੇਆ ਦੇ ਬਾਰੇ ਕਿਹਾ ਜਾਂਦਾ ਕਿ ਅਪ੍ਰੈਲ ਮਹੀਨੇ ਦੀ ਗੱਲ ਹੈ, ਜਦੋਂ ਉਹਨੇ ਵਜ਼ਾਰਤੀ ਫੇਰਬਦਲ ਦੇ ਦੌਰਾਨ ਪਿਚਤ ਚੋਇਨਬਾਨ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਮੰਤਰੀ ਲਾਤਾ ਸੀਗਾ। ਪਿਚਤ ਜਿਹੜਾ ਉਹ 2008 ਦੇ ਵਿੱਚ ਅਦਾਲਤੀ ਹੱਦ ਤੱਕ ਦੇ ਤਹਿਤ 6 ਮਹੀਨਿਆਂ ਦੀ ਸਜ਼ਾ ਕੱਟ ਚੁੱਕਿਆ ਹੈ। ਪਿਚਤ ਜੋਇਨਬਾਜ਼ ਉੱਤੇ ਜਿਹੜੇ ਦੋਸ਼ ਲੱਗੇ ਸੀਗੇ, ਚੋਇਨਬਾਨ ਉੱਤੇ, ਉਹ ਇਹ ਸੀਗੇ ਕਿ ਉਹਨੇ ਜੱਜ ਨੂੰ 20 ਲੱਖ ਬਾਤ ਜਿਹੜੇ 55,000 ਅਮਰੀਕੀ ਡਾਲਰ ਉਹ ਰਿਸ਼ਵਤ ਵਜੋਂ ਦੇਣ ਦੀ ਕੋਸ਼ਿਸ਼ ਕੀਤੀ ਸੀ। ਜੀ। ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਏਬਰਟ ਉਹ ਕਹਿੰਦੇ ਆ ਵੀ ਮੈਂ ਜਿਹੜੇ ਮਾਈਗ੍ਰੈਂਟਸ ਆ ਉਹ ਨਾਰਥ ਦੇ ਜਿਹੜੇ ਸੂਬਿਆਂ ਦੇ ਵਿੱਚ ਬੱਸਾਂ ਦੇ ਜ਼ਰੀਏ ਘੱਲਦਾ ਜਿਹੜਾ ਉਹ ਰਹੂੰਗਾ। ਪਰ ਹੁਣ ਰੀਸੈਂਟਲੀ ਆਪਾਂ ਦੇਖਿਆ ਵੀ ਜੋ ਬਾਰਡਰ ਤੋਂ ਸਥਿਤੀ ਆ ਉਸ ਦੇ ਵਿੱਚ ਤਬਦੀਲੀ ਆਈ ਆ। CLP ਲੱਗਣ ਤੋਂ ਬਾਅਦ ਚ ਜਿਹੜੀ ਬਾਰਡਰ ਤੋਂ ਲੋਕਾਂ ਦੀ ਨਫਰੀ ਆ ਉਹ ਘਟੀ ਆ। ਤੇ ਪਰ ਜਿਹੜੇ ਗਵਰਨਰ ਆ ਗ੍ਰੈਗ ਐਬਰਟ ਆ, ਉਹਨਾਂ ਨੇ ਰੀਸੈਂਟਲੀ ਇੱਕ ਹੋਰ ਆਰਡਰ ਜਾਰੀ ਕੀਤਾ ਸੀ ਸਾਰੇ ਹਸਪਤਾਲਾਂ ਨੂੰ, ਉੱਥੇ ਵੀ ਦੱਸੋ ਵੀ ਹਰ ਇੱਕ ਜਿਹੜੇ ਪੇਸ਼ੈਂਟ ਦਾ ਇਮੀਗ੍ਰੇਸ਼ਨ ਸਟੇਟਸ ਕੀ ਹੈਗਾ ਆ। ਤੇ ਕਹਿੰਦੇ ਵੀ ਪਰ ਮੈਂ ਜਿਹੜੀਆਂ ਬਲੂ ਸਿਟੀਜ਼ ਆ, ਯਾਨੀ ਕਿ ਡੈਮੋਕ੍ਰੇਟ ਰਨ ਸਿਟੀਜ਼ ਆ, ਉਹਨਾਂ ਨੂੰ ਬੱਸਾਂ ਭਰ ਕੇ ਜਿਹੜਾ ਆ ਮਾਈਗ੍ਰੈਂਟਸ ਆ ਉਹਨਾਂ ਨੂੰ ਘੱਲਦਾ ਜਾਊਂਗਾ। ਪਰ ਹਾਲ ਦੀ ਘੜੀ ਉਹਨਾਂ ਨੂੰ ਮੁਸ਼ਕਲ ਇਹ ਆ ਰਹੀ ਆ ਵੀ ਮਾਈਗ੍ਰੈਂਟਸ ਜਿਹੜੇ ਉਹ ਘਟ ਗਏ ਨੇ, ਪਰ ਇਵੈਂਚੁਅਲੀ ਆਈ ਤਾਂ ਜਿਹੜੇ ਉਹ ਜਾ ਰਹੇ ਨੇ। ਸੋ ਕ੍ਰੈਕਡਾਊਨ ਜਿਹੜਾ US ਬਾਉਂਡ ਇਮੀਗ੍ਰੈਂਟਸ ਦੇ ਉੱਤੇ ਲਗਾਤਾਰ ਤੇਜ਼ ਹੋ ਰਿਹਾ ਹੈਗਾ ਜੀ। ਤੇ ਟਰੱਕਿੰਗ ਦੀਆਂ ਖਬਰਾਂ ਦੇ ਵੱਲ ਰੁਖ ਕਰਦੇ ਆ। ਤੇ ਰਮਨ ਜੀ, ਗੱਲਬਾਤ ਤੋਂ ਸ਼ੁਰੂਆਤ ਕਰਦੇ ਆ ਆਪਣੇ ਜਿਹੜੇ ਗਵਾਂਢੀ ਮੁਲਕ ਦੀ, ਜਿਹੜੀ ਇਸ ਟਾਈਮ ਕਹਿ ਲਓ ਵੀ ਹੌਟ ਨਿਊਜ਼ ਆ ਤੇ ਲੇਟੈਸਟ ਜਿਹੜੀ ਨਿਊਜ਼ ਆ ਪ੍ਰਾਈਡ ਗਰੁੱਪ ਵਾਲੀ, ਉਹਨਾਂ ਦੀ ਜਿਹੜੀ ਬੈਂਕਰਪਸੀ ਐਲਾਨੀ ਗਈ ਸੀ ਕੁਝ ਮਹੀਨੇ ਪਹਿਲਾਂ। ਫਿਰ ਉਹਨਾਂ ਨੇ ਰੀਸਟਰਕਚਰਿੰਗ ਦੇ ਲਈ ਜਿਹੜਾ ਉਸ ਦੇ ਵੱਲ ਨੂੰ ਵਧੇ, ਪਰ ਉਹ ਕਿਸੇ ਤਣ ਪੱਤਣ ਨਹੀਂ ਲੱਗੀ। ਫਿਰ ਉਹਨਾਂ ਨੇ ਆਪਣੀ ਕੰਪਨੀ ਨੂੰ ਬਾਈਬੈਕ ਕਰਨ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਦੱਸੀ ਵੀ ਉਹ ਕਰਨੀ ਚਾਹੁੰਦੇ ਆ, ਪਰ ਉਹ ਵੀ ਇੱਕ ਹਿਸਾਬ ਦੇ ਨਾਲ ਵਿੱਚੇ ਜਿਹੜੀ ਉਹ ਰਹਿ ਗਈ ਆ। ਸੋ ਇਹ ਪੂਰਾ ਮਾਮਲਾ ਰਮਨ ਜੀ ਜਿਹੜਾ ਉਹ ਸਮਝਾਇਓ, ਇੱਥੇ ਤੱਕ ਨੌਬਤ ਜਿਹੜੀ ਉਹ ਕਿੱਦਾਂ ਪਹੁੰਚੀ? 20,000 ਟਰੱਕ ਚੱਲਣ ਵਾਲੀ ਕੰਪਨੀ ਬੈਂਕਰਪਸੀ ਵੱਲ ਨੂੰ ਜਿਹੜੀ ਉਹ ਕਿੱਦਾਂ ਵੱਧ ਗਈ? ਦੇਖੋ ਰਾਜਕੀਰ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ ਹੁਣ ਕਿ ਜਿਹੜੀ ਕੰਪਨੀ ਹੈਗੀ ਆ ਉਹਨੇ ਜਦੋਂ ਚੱਲੀ ਆ ਕੰਪਨੀ 2010 ਤੋਂ ਲੈ ਕੇ ਤੇ ਬਾਅਦ ਤੱਕ, ਤੇ ਇਹ ਕੰਪਨੀ ਦੇ ਵਿੱਚ ਬੇਸਿਕਲੀ ਜਿਹੜੀ ਜ਼ਿਆਦਾ ਮੇਜਰ ਇਸ਼ੂਜ਼ ਆਏ ਹੈਗੇ ਆ ਉਹ ਆਏ ਹੈਗੇ ਆ ਕਿ ਜਿਹੜੇ ਟਰੱਕ ਵੇਚੇ ਹੈਗੇ ਆ ਉਹ ਜਿਸ ਟਾਈਮ ਤੇ ਵਿਕੇ ਹੈਗੇ ਆ, ਉਹਨਾਂ ਟਰੱਕਾਂ ਦੇ ਉੱਤੇ ਵਿਕੇ ਤਾਂ ਬਹੁਤ ਮਹਿੰਗੇ ਆ, ਔਰ ਮੇਰੇ ਖਿਆਲ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਹੋਣੀ ਨਹੀਂ ਸੀ ਚਾਹੀਦੀ ਜਿੱਦਾਂ ਦੀ ਚੀਜ਼ ਹੋ ਰਹੀ ਆ। ਇੱਕ ਤਾਂ ਚਲੋ ਇੰਡਸਟਰੀ ਦੇ ਵਿੱਚ ਸਲੋ ਡਾਊਨ ਆ ਗਿਆ, ਉਹ ਤਾਂ ਇੱਕ ਗੱਲ ਹੈ ਨਾ, ਪਰ ਇੱਥੇ ਪ੍ਰੋਬਲਮ ਜਿਹੜੀ ਹੈਗੀ ਆ ਕਿ ਕਈ ਜਿਹੜੇ ਟਰੱਕ ਹੈਗੇ ਉਹਨਾਂ ਦੇ ਜਿਹੜੇ ਉਹਨਾਂ ਨੇ ਵੇਚੇ ਆ, ਉਹਨਾਂ ਤੇ ਡਬਲ ਨਹੀਂ ਟ੍ਰਿਪਲ ਲੋਨ ਹੈਗੇ। 3 ਬੈਂਕਾਂ ਦੇ ਲੋਨ ਇੱਕ ਟਰੱਕ ਤੇ ਆ। ਜਿੱਦਾਂ ਡਬਲ ਵਿਨਿੰਗ ਟ੍ਰਿਪਲ ਵਿਨਿੰਗ ਜਿਹਨੂੰ ਕਹਿ ਦਿੰਦੇ ਆ। ਹਾਂਜੀ, ਉਹ ਜਿਹੜਾ ਪ੍ਰੋਬਲਮ ਆਈ ਹੈ ਕਿ ਜਿਹੜੀ ਹੁਣ ਸੋਚ ਇਹ ਸੀਗੀ ਕਿ ਹੋ ਸਕਦਾ ਉਹਨਾਂ ਦੀ ਸੋਚ ਇਹ ਸੀਗੀ ਕਿ ਇੰਡਸਟਰੀ ਇੱਦਾਂ ਹੀ ਵੱਧਦੀ ਰਹਿਣੀ ਹੈ ਤੇ ਇੱਦਾਂ ਹੀ ਚੱਲਦਾ ਰਹਿਣਾ ਕੰਮ, ਤੇ ਸੋ ਜੇ ਤੀਜਾ ਵੀ ਆਪਾਂ ਲੋਨ ਲੈ ਲਿਆ ਤੇ ਉਹ ਤੀਜਾ ਲੋਨ ਲੈ ਕੇ ਇੰਨੇ ਪੈਸੇ ਚਾਰਜ ਕਰਕੇ ਆਪਾਂ ਲਾ ਦਿਆਂਗੇ, ਪਰ ਉਹ ਅਲਟੀਮੇਟਲੀ ਇੰਡਸਟਰੀ ਸਲੋ ਡਾਊਨ ਹੋ ਗਈ ਤੇ ਉਹ ਜਿਹੜੀਆਂ ਦੂਜੀਆਂ ਬੈਂਕਾਂ ਦੇ ਕੋਲੋਂ ਲੋਨ ਜਿਹੜੇ ਲਏ ਸੀ ਉਹ ਪੇਮੈਂਟਾਂ ਜਿਹੜੀਆਂ ਰੁਕ ਗਈਆਂ, ਤੇ ਉਹ ਪੇਮੈਂਟਾਂ ਰੁਕਣ ਕਰਕੇ ਹੁਣ ਇਹ ਜਿਹੜਾ ਸਾਰਾ ਕੰਮ ਝੰਜਟ ਪਿਆ ਆ। ਔਰ ਪ੍ਰੋਬਲਮ ਇਹ ਦੇਖੋ ਕਿ ਜਿਹੜੀ ਕੰਪਨੀ ਹੈਗੀ ਆ ਇਹਦੇ ਉੱਤੇ ਆਲਮੋਸਟ $637 ਮਿਲੀਅਨ ਦੇ ਜਿਹੜੇ ਲਾਸੂਟ ਹੈਗੇ ਆ, ਜਿਹੜੇ ਦੇਣਦਾਰੀਆਂ ਜਿਹੜੀਆਂ ਹੈਗੀਆਂ, ਪਰ ਇਨ ਰਿਐਲਿਟੀ $1.6 ਬਿਲੀਅਨ ਦੇ ਲੋਨ ਆ। ਠੀਕ ਹੈ ਨਾ। ਸੋ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਚੀਜ਼ ਹੈਗੀ ਆ ਕਿ ਜਿਹਦੇ ਵਿੱਚ ਕਿ ਬੈਂਕਾਂ ਨੇ ਇੰਨੀ ਕੁ ਅਣਗਹਿਲੀ ਕੀਤੀ ਆ। ਜਿਹੜਾ ਹੁਣ ਉਹਨਾਂ ਦਾ ਆਪਾਂ ਇੱਕ ਮਿਤਸੂਬਿਸ਼ੀ ਬੈਂਕ ਹੈਗਾ, ਉਹਨਾਂ ਨੇ ਦੇਖੋ ਆਲਮੋਸਟ $97 ਮਿਲੀਅਨ ਜਿਹੜਾ ਆ ਉਹ ਉਹਨਾਂ ਨੂੰ ਪਰਸਨਲ ਗਾਰੰਟੀ ਤੇ ਦਿੱਤਾ ਸੀਗਾ ਵੀ ਹਾਂ ਅਸੀਂ ਮੋੜ ਦਾਂਗੇ। ਉਹ ਪਰਸਨਲ ਗਾਰੰਟੀ ਤੇ ਜਿਹੜਾ ਸੀਗਾ ਉਹ ਉਹਨਾਂ ਨੇ
ਔਰ ਜਿਹੜੇ ਲੋਨ ਜਿਸ ਮਕਸਦ ਲਈ ਲਏ ਗਏ ਸੀ ਉਸ ਮਕਸਦ ਲਈ ਯੂਜ਼ ਨਹੀਂ ਹੋਏ। ਸੋ ਠੀਕ ਇਹ ਹੈ। ਇਹਦੇ ਕਰਕੇ ਵੀ ਜਿਹੜੀਆਂ ਸਿਚੁਏਸ਼ਨਾਂ ਸੀਗੀਆਂ ਖੜੀਆਂ ਹੋਈਆਂ। ਇਹਦੇ ਨਾਲ ਜਿਹੜੀ ਆ ਪ੍ਰਾਈਡ ਗਰੁੱਪ ਵੱਲੋਂ ਜਿਹੜਾ ਆਰਡੀਨਰੀ ਟਰਾਂਸਪੋਰਟ ਸੀਗੀ ਟੈਕਸਸ ਦੀ ਉਹ ਟੇਕ ਓਵਰ ਕੀਤੀ ਗਈ ਸੀ 2 ਸਾਲ ਪਹਿਲਾਂ। ਉਹ ਵੀ ਕੰਪਨੀ ਜਿਹੜੀ ਆ ਬੈਂਕਰਪਸੀ ਕਰ ਗਈ ਹੋ ਗਈ ਉਹਦੀ ਵੀ, ਕਿਉਂਕਿ ਉਹ ਵੀ ਆਪਣੇ ਆਪ ਨੂੰ ਕੈਰੀ ਔਨ ਨਹੀਂ ਕਰ ਸਕੀ ਜਿਸ ਹਿਸਾਬ ਦੇ ਨਾਲ ਡਿਸੀਜਨਸ ਜਿਹੜੇ ਆ ਪ੍ਰਾਈਡ ਗਰੁੱਪ ਵੱਲੋਂ ਬਣਾਏ ਗਏ। ਸੋ ਇਹ ਜਿਹੜੀ ਚੀਜ਼ ਹੈਗੀ ਆ, ਜੇ ਅੱਜ ਦੀ ਤਰੀਕ ਦੇ ਵਿੱਚ ਹੁਣ ਸਾਰਿਆਂ ਨਾਲੋਂ ਵੱਡੀ ਸਿਚੁਏਸ਼ਨ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਕੋਲ ਇਸ ਵੇਲੇ ਪ੍ਰਾਈਡ ਗਰੁੱਪ ਦੇ ਟਰੱਕ ਹੈਗੇ ਆ, ਉਹ ਜਿਨ੍ਹਾਂ ਲੋਕਾਂ ਦੇ ਕੋਲ ਟੀ-ਪਾਈਨ ਲੀਸਿੰਗ ਜਿਹੜੀ ਹੈਗੀ ਆ ਕੰਪਨੀ ਦੇ ਟਰੱਕ ਹੈਗੇ ਆ, ਠੀਕ ਹੈ। ਉਹਨਾਂ ਦੀਆਂ ਕਾਲਸ ਬਹੁਤ ਆਉਂਦੀਆਂ ਹੈਗੀਆਂ ਕਿ ਕੀ ਕੀਤਾ ਜਾਵੇ। ਦੇਖੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਪੇਮੈਂਟ ਸਟਾਪ ਕਰੋ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਤੁਸੀਂ ਆਹ ਕਰੋ ਜਾਂ ਆਹ ਨਾ ਕਰੋ। ਅਸੀਂ ਇਹ ਕਹਿੰਦੇ ਕਿ ਮੇਕ ਸ਼ੋਰ ਤੁਸੀਂ ਆਪਣੀ ਮੇਲ ਈਮੇਲ ਹੈ, ਜਿਹੜਾ ਤੁਹਾਡਾ ਐਡਰੈਸ ਹੈਗਾ ਲੋਨ ਤੇ ਦਿੱਤਾ, ਕਿਤੇ ਵੀ ਤੁਸੀਂ ਜਿਹੜੀ ਵੀ ਲੈਟਰ ਆਉਂਦੀ ਆ ਉਹਨੂੰ ਧਿਆਨ ਦੇ ਨਾਲ ਦੇਖੋ ਤੁਹਾਨੂੰ ਕੀ ਕਿਹਾ ਜਾ ਰਿਹਾ, ਉਹਦੇ ਵਿੱਚ ਕਿੱਦਾਂ ਤੁਹਾਨੂੰ ਡਾਇਰੈਕਟ ਕੀਤਾ ਜਾ ਰਿਹਾ। ਕਿਉਂਕਿ ਜਿੰਨਾ ਵੀ ਇਕੁਇਪਮੈਂਟ ਬਾਹਰ ਹੈਗਾ ਇਹ ਅਲਟੀਮੇਟਲੀ ਕਿਸੇ ਨਾ ਕਿਸੇ ਨੇ ਖਰੀਦਿਆ ਆ, ਖਰੀਦਣਾ ਆ, ਇਹ ਕਿਸੇ ਨਾ ਕਿਸੇ ਨੂੰ ਬਿਲੋਂਗ ਕਰਦਾ। ਐਸੈਟਸ ਵਿਕਣੇ ਆ, ਉਹਨਾਂ ਦੇ ਐਸੈਟਸ ਵੇਚਣੇ ਆ। ਸੋ ਜਿਹੜੇ ਐਸੈਟ ਆ, ਹੁਣ ਜਿਹੜੇ ਐਸੈਟ ਵਿਕਣੇ ਆ ਉਹ ਜਾਂ ਜਿਹੜੇ ਚੱਲ ਰਹੇ ਆ ਇਸ ਵੇਲੇ, ਜਿਹੜੇ ਚੱਲ ਰਹੇ ਔਰ ਜਿਨ੍ਹਾਂ ਦੀਆਂ ਪੇਮੈਂਟਸ ਆ ਰਹੀਆਂ ਹੈਗੀਆਂ, ਯੈਸ ਆਫ ਕੋਰਸ ਟੀ-ਪਾਈਨ ਨੂੰ ਪੇਮੈਂਟਸ ਮੇਰੇ ਖਿਆਲ ਨਹੀਂ ਜਾਣਗੀਆਂ। ਹੁਣ ਜਿਨ੍ਹਾਂ ਨੇ ਬਾਏ ਕੀਤੇ ਆ ਉਹਨਾਂ ਨੂੰ ਜਾਣਗੀਆਂ ਪੇਮੈਂਟਸ, ਉਹ ਲੈਣਗੇ। ਸੋ ਇਹ 'ਚ ਬੜੀ ਹੌਸਲੇ ਨਾਲ ਹਲੇ ਮੀਨਾ ਇਹ ਨਹੀਂਗਾ। ਇਹ ਇੱਕ ਗੱਲ ਬਿਲਕੁਲ ਨਹੀਂ ਕਿਸੇ ਨੇ ਸੋਚਣੀ ਵੀ ਉਹਨਾਂ ਨੇ ਬੈਂਕਰਪਸੀ ਕਰਤੀ ਤੇ ਟਰੱਕ ਮੇਰਾ ਹੋ ਗਿਆ, ਹੁਣ ਪੇਮੈਂਟਾਂ ਨਹੀਂ ਦਿੱਤੀਆਂ ਤੇ ਤਾਂ ਵੀ ਕੋਈ ਡਰ ਨਹੀਂ। ਓਕੇ ਬਿਲਕੁਲ ਠੀਕ ਹੈ। ਇਹ ਚੀਜ਼ ਬਿਲਕੁਲ ਨਹੀਂ ਸੋਚਣੀ, ਕਿਉਂਕਿ ਇਹ ਚੀਜ਼ ਬਿਲਕੁਲ ਗਲਤ ਆ। ਤੁਹਾਨੂੰ ਪੇਮੈਂਟਸ ਜਿਹੜੀਆਂ, ਹਾਂ ਤੁਹਾਡੇ ਕੋਲ ਹੁਣ ਆਪਸ਼ਨ ਆ ਗਈ ਆ ਕਿ ਤੁਸੀਂ ਜਿਹਨੇ ਕਿਸੇ ਨੇ ਤੁਹਾਡਾ ਟਰੱਕ ਇਕੁਇਪਮੈਂਟ ਜਿਹੜਾ ਖਰੀਦਿਆ ਆ, ਲੋਨ ਖਰੀਦਿਆ ਆ, ਉਹਦੇ ਨਾਲ ਨੈਗੋਸ਼ੀਏਟ ਕਰਨ ਦੀ ਤੁਹਾਡੇ ਕੋਲ ਪਾਵਰ ਆ ਗਈ ਕਿ ਤੁਸੀਂ ਨੈਗੋਸ਼ੀਏਟ ਕਰ ਸਕਦੇ ਆ ਵੀ ਸਾਨੂੰ ਤਾਂ ਵੇਚਿਆ ਸੀ ਟਰੱਕ ਕਹਿ ਕੇ, ਉਹਨਾਂ ਨੇ ਰੈਂਟਲ ਕੀਤਾ, ਲੀਜ਼ ਕੀਤਾ, ਸਾਨੂੰ ਉਦੋਂ ਨਹੀਂ ਸੀ ਪਤਾ, ਸਾਨੂੰ ਵੇਚਿਆ। ਆਈ ਮੀਨ ਤੁਸੀਂ ਉਹ ਨੈਗੋਸ਼ੀਏਟ ਕਰ ਸਕਦੇ ਆ। ਰਮਨ ਜੀ, ਇੱਥੇ ਸਵਾਲ ਇਹ ਨਾਲ ਆ ਜਾਂਦਾ ਵੀ ਜਦੋਂ ਡਬਲ ਟ੍ਰਿਪਲ ਲੋਨ ਹੋ ਰਹੇ ਸੀਗੇ ਤੇ ਕੀ ਦੂਜੀਆਂ ਬੈਂਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦੇ ਤੇ ਪਹਿਲਾਂ ਵੀ ਲੋਨ? ਨਹੀਂ ਰਾਜਕਿਰਨ, ਪ੍ਰੋਬਲਮ ਇਹ ਸੀ ਨਾ ਕਿ ਤੁਸੀਂ ਹੁਣ ਪਹਿਲਾਂ ਲੋਨ ਜਿਹੜਾ ਸੀ ਨਾ, ਦੇਖੋ ਹੁਣ ਤੁਸੀਂ ਕੀ ਸੀ ਕਿ ਕਿਸੇ ਟਰੱਕ ਦਾ $80,000 ਡਾਊਨ ਦਿਓ, ਠੀਕ ਹੈ ਜੀ, ਬਾਕੀ $4,000 ਮਹੀਨੇ ਦੀਆਂ ਪੇਮੈਂਟ ਆ, ਠੀਕ ਹੈ ਜੀ। ਹੁਣ ਉਹ ਜਿਹੜਾ ਪਰਸਨਲ ਲੋਨ ਲਿਆ ਸੀਗਾ, ਪਰਸਨਲ ਲੋਨ ਦੇ ਨਾਲ ਜੇ ਟਰੱਕ ਲਿਆ, ਟਰੱਕ ਨੂੰ ਲੀਜ਼ ਕਰਤਾ, ਲੀਜ਼ ਕਰਕੇ ਤੁਹਾਨੂੰ ਪੇਮੈਂਟ ਆਉਣੀਆਂ ਸ਼ੁਰੂ ਹੋ ਗਈਆਂ। ਟਰੱਕ ਦੀ ਲੀਜ਼ 80,000 ਤੁਸੀਂ ਲੈ ਲਿਆ, ਪਲੱਸ ਪੇਮੈਂਟ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਉਹ ਟਰੱਕ ਦੀ ਪਿੰਕ ਸਲਿੱਪ ਤਾਂ ਤੁਹਾਡੇ ਕੋਲ ਹੀ ਆ, ਉਹ ਤਾਂ ਕਿਤੇ ਨਹੀਂ ਨਾ ਗਈ, ਕਿਸੇ ਬੈਂਕ ਕੋਲ ਨਹੀਂ ਗਈ। ਜਿਨ੍ਹਾਂ ਨੇ $100 ਮਿਲੀਅਨ ਦਿੱਤਾ ਉਹਨਾਂ ਨੇ ਤੁਹਾਨੂੰ ਪਰਸਨਲ ਦਿੱਤਾ ਸੀਗਾ। ਠੀਕ ਹੈ। ਤਾਂ ਤੁਸੀਂ ਹੁਣ ਉਹ ਜਿਹੜੀ ਪਿੰਕ ਸਲਿੱਪ ਆ ਉਹ ਕਿਸੇ ਵੀ ਬੈਂਕ ਨੂੰ ਦਿਖਾ ਕੇ ਤੁਸੀਂ ਲੋਨ ਚੱਕ ਲਓ ਉੱਤੇ। ਹਾਂ, ਪਰ ਜਿੱਥੇ ਟ੍ਰਿਪਲ ਲੋਨ ਹੋਏ ਆ ਉਹ ਨਹੀਂ ਸਮਝ ਆਉਂਦੀ ਵੀ ਕਿਹੜੇ ਹਿਸਾਬ ਦੇ ਨਾਲ ਹੋਏ ਆ, ਕਿੱਦਾਂ ਹੋਏ ਆ। ਉਹ ਹੁਣ ਥੋੜਾ ਪਤਾ ਲੱਗ ਰਿਹਾ ਵੀ ਜਦੋਂ ਟ੍ਰਾਂਜੈਕਸ਼ਨ ਹੋ ਰਹੀ ਹੁੰਦੀ ਸੀਗੀ ਤੇ ਟ੍ਰਾਂਜੈਕਸ਼ਨ ਹੁੰਦਿਆਂ ਤੁਸੀਂ ਸੇਮ, ਜਦੋਂ ਇੱਕ ਟ੍ਰਾਂਜੈਕਸ਼ਨ ਇਨ ਪ੍ਰੋਸੈਸ ਹੁੰਦੀ ਆ ਉਹਦੇ ਹੁੰਦਿਆਂ ਤੁਸੀਂ ਦੂਜੀ ਟ੍ਰਾਂਜੈਕਸ਼ਨ ਕੱਢ ਮਾਰੋ ਵਿੱਚ ਹੀ, ਵੀ ਇਦਾਂ ਦਾ ਕੋਈ ਚੱਕਰ ਚੱਲ ਰਿਹਾ ਸੀਗਾ। ਜਿੱਦਾਂ ਅਕਸਰ ਨਹੀਂ ਕਹਿੰਦੇ ਜਦੋਂ ਘਰ ਲੈਣਾ ਹੁੰਦਾ ਵੀ ਜਦੋਂ ਇੱਕ ਪਾਸੇ ਖੋਲਿਆ ਟਰਾਈ ਕੀਤਾ ਤਾਂ ਉਸੇ ਟਾਈਮ 2-3 ਜਿਹੜੇ ਟਰਾਈ ਕਰ ਲੈਣੇ ਚਾਹੀਦੇ ਆ, ਵੀ ਜਿੱਦਾਂ ਉਹ ਆਖਿਆ ਜਾਂਦਾ ਉਹ ਗ੍ਰੇ ਏਰੀਏ 'ਚ। ਇਹ ਵੀ ਕਹਿ ਦਿੰਦੇ ਨਾ ਕਈ ਵਾਰੀ ਵੀ ਤੁਸੀਂ ਹੁਣ ਘਰ ਦੇ ਪੇਪਰ ਭਰੇ ਆ, ਤੁਸੀਂ ਲੋਨ ਅਪਲਾਈ ਕੀਤਾ ਆ ਤੇ ਕੋਈ ਕਾਰ, ਕੋਈ ਕ੍ਰੈਡਿਟ ਕਾਰਡ ਕੋਈ ਅਪਲਾਈ ਨਾ ਕਰਿਓ। ਹਾਂ, ਸੋ ਉਹ ਜਿਹੜੀ ਵਿੰਡੋ ਆ ਉਹਨਾਂ ਨੂੰ ਸ਼ਾਇਦ ਉਹ ਵਿੰਡੋ ਦਾ ਪਤਾ ਸੀਗਾ, ਉਹ ਵਿੰਡੋ ਦੇ ਵਿੱਚ ਉਹ ਕੁਛ ਨਾ ਕੁਛ ਕਰ ਜਾਂਦੇ ਸੀਗੇ ਜਾਂ ਤੀਜਾ ਲੋਨ ਅਪਲਾਈ। ਇਹਦਾ ਮਤਲਬ ਇਹ ਤਾਂ ਸਿੱਧਾ ਹੀ ਮਤਲਬ ਬੈਂਕਾਂ ਨੂੰ ਫਿਰ ਇੱਕ ਹਿਸਾਬ ਦੇ ਨਾਲ ਧੋਖੇ 'ਚ ਰੱਖਣ ਵਾਲੀ ਗੱਲ ਆ। ਕੀ ਇਹਦੇ ਕੀ ਰਮਨ ਜੀ ਆਪਾਂ ਕ੍ਰਿਮੀਨਲ ਚਾਰਜਸ ਦੇਖਾਂਗੇ ਇਸ ਚੀਜ਼ ਦੇ ਵਿੱਚ? ਬਿਲਕੁਲ ਕਿਤੇ ਤਦੇ ਹੀ ਤਾਂ ਦੇਖੋ ਨਾ, ਹੁਣ ਜਿਹੜੀ 637 ਮਿਲੀਅਨ ਦੀ ਦੇਣਦਾਰੀ ਹੋਵੇ ਤੇ ਤੁਸੀਂ 54 ਮਿਲੀਅਨ ਦੇ ਵਿੱਚ ਉਹਨੂੰ ਬਾਏ ਕਰਨ ਦੀ ਟਰਾਈ ਕਰੋ। ਇਹ ਕਿੱਦਾਂ ਹੋ ਸਕਦਾ? ਆਈ ਮੀਨ ਇਟਸ ਇੰਪੋਸੀਬਲ। ਜਿਹੜੀ ਮਾਰਚ ਦੇ ਵਿੱਚ ਜਦੋਂ ਰੀਕਨਸਟਰਕਸ਼ਨ ਦੀ ਉਹਨਾਂ ਨੇ ਕੀਤੀ ਸੀ ਚੈਪਟਰ 11, ਆਪਾਂ ਉਦੋਂ ਹੀ ਕਿਹਾ ਸੀਗਾ ਕਿ ਰੀਕਨਸਟਰਕਸ਼ਨ ਉਹਦੇ ਲਈ ਹੁੰਦੀ ਆ ਜਿਹਨੇ ਫਰਾਡ ਨਾ ਕੀਤਾ ਹੋਵੇ, ਜਿਹਦੀ ਜੈਨੂਅਨਲੀ ਕੰਮ ਸਲੋ ਹੋ ਗਿਆ, ਜੈਨੂਅਨਲੀ ਉਹਨੂੰ ਟਾਈਮ ਚਾਹੀਦਾ, ਜੈਨੂਅਨਲੀ ਉਹਨਾਂ ਨੇ ਟਾਈਮ ਲੈ ਕੇ ਆਪਣਾ ਆਪ ਖੜਾ ਕਰਨਾ ਹੁੰਦਾ ਤੇ ਦੁਬਾਰਾ ਦੇਣਦਾਰੀਆਂ ਦੇਣੀਆਂ ਹੁੰਦੀਆਂ। ਪਰ ਜਿਹਨੇ ਫਰਾਡ ਕੀਤਾ ਹੋਵੇ ਉਹਦੇ ਲਈ ਰੀਕਨਸਟਰਕਸ਼ਨ ਨਹੀਂ ਕਰ ਹੁੰਦੀ। ਤੇ ਰਮਨ ਜੀ, ਹੁਣ ਇੱਥੇ ਜਿਹੜੀ ਗੱਲ ਤੁਸੀਂ ਵਿੱਚ ਕੀਤੀ ਸੀ ਵੀ ਹੁਣ ਜਿਨ੍ਹਾਂ ਦੇ ਕੋਲ ਪ੍ਰਾਈਡ ਵਾਲਿਆਂ ਦੇ ਟਰੱਕ ਹੈਗੇ ਜਿੱਥੇ ਉਹਨਾਂ ਨੇ ਬਾਏ ਕੀਤੇ ਆ,
ਇਸ ਦੀ ਆੜ ਦੇ ਵਿੱਚ ਹੁਣ ਸਕੈਮ, ਆਪਾਂ ਨੂੰ ਪਤਾ ਵੀ ਸਕੈਮਰ ਤਾਂ ਬਹੁਤ ਤਿੱਖੇ ਅੱਜ ਕੱਲ, ਤੇਜ਼ ਬਹੁਤ ਆ। ਹੋ ਸਕਦਾ ਉਹਨਾਂ ਨੂੰ ਆਪ ਹੀ ਚਿੱਠੀਆਂ ਪਾ ਕੇ ਨਾ ਕਰ ਦੇਣ ਵੀ ਅਸੀਂ ਤੁਹਾਡਾ ਲੋਨ ਕਰਾਉਂਦੇ ਕਲੀਅਰ, ਵੀ ਲੋਕ ਹੁਣ ਇਸ ਚੀਜ਼ ਤੋਂ ਵੀ ਧਿਆਨ ਰੱਖਣਾ ਪੈਣਾ। ਬਿਲਕੁਲ ਧਿਆਨ ਰੱਖਣਾ ਪੈਣਾ ਤੁਹਾਨੂੰ। ਜਿੰਨਾ ਦੇਰ ਤੱਕ ਤੁਹਾਨੂੰ ਪ੍ਰੋਪਰ ਬੈਂਕ ਨੂੰ ਤੁਸੀਂ ਕਾਲ ਕਰਕੇ, ਬੈਂਕ ਦੀ ਲੈਟਰ ਤੁਹਾਨੂੰ ਮੇਲ 'ਚ ਨਹੀਂ ਆਉਂਦੀ ਔਰ ਬੈਂਕ ਨਾਲ ਤੁਸੀਂ ਗੱਲ ਕਰਕੇ ਪ੍ਰੋਪਰ ਢੰਗ ਦੇ ਨਾਲ ਸਾਰਾ ਕੁਝ ਨਹੀਂ ਕਰਦੇ, ਉਨੀ ਦੇਰ ਤੱਕ ਕਿਸੇ ਨਾਲ ਕੋਈ ਡੀਲ ਨਹੀਂ, ਕਿਸੇ ਨਾਲ ਕੋਈ ਚੱਕਰ ਨਹੀਂ, ਕਿਸੇ ਨਾਲ ਕੁਝ ਨਹੀਂ ਕਰਨਾ। ਤੁਸੀਂ ਸਿਰਫ ਆਪਣੇ ਬੈਂਕ ਦੀ ਲੈਟਰ ਈਮੇਲ ਵੇਟ ਕਰੋ ਕਿ ਜਿਹੜੇ ਬੈਂਕ ਨੇ ਤੁਹਾਡਾ ਐਸਟ ਬਾਏ ਕੀਤਾ ਦੇ ਵਿਲ ਰੀਚ ਆਊਟ ਟੂ ਯੂ। ਸੋ ਅੱਗੇ ਆਪਾਂ ਨੂੰ ਕੀ ਨਜ਼ਰ ਆਉਂਦਾ ਆ ਇਸ ਪੂਰੇ ਮਾਮਲੇ ਤੋਂ ਬਾਅਦ ਦੇ ਵਿੱਚ? ਸੀਗੇ ਤਾਂ ਪੰਜਾਬੀ ਭਰਾ ਹੀ ਜਿਨ੍ਹਾਂ ਦੀ ਇਹ ਕੰਪਨੀ ਸੀ, ਜਿਸ ਤਰੀਕੇ ਦੇ ਨਾਲ ਇਹ ਮੈਨੇਜ ਹੋਇਆ 20,000 ਟਰੱਕਾਂ ਤੋਂ ਹੁਣ ਆਪਾਂ ਆਪਣੇ ਸਾਹਮਣੇ ਆ ਵੀ ਕਿੱਥੇ ਜਿਹੜੀ ਇਹ ਕੰਪਨੀ ਆ ਉਹ ਪਹੁੰਚ ਚੁੱਕੀ ਆ। ਸੋ ਵਾਟਸ ਨੈਕਸਟ ਫॉर them? ਇੱਥੇ ਆਪਾਂ ਨੂੰ ਇਹਦੇ ਵਿੱਚੋਂ ਕੀ ਸਿੱਖਣਾ ਆ ਤੇ ਉਹਨਾਂ ਦੇ ਲਈ ਕੀ ਫਿਊਚਰ ਆ? ਉਹਨਾਂ ਦਾ ਫਿਊਚਰ ਤਾਂ ਨਹੀਂ ਆਪਾਂ ਦੱਸ ਸਕਦੇ ਠੀਕ ਹੈ ਜੀ। ਦੈਟਸ ਇਨ ਦਾ ਹੈਂਡਸ ਆਫ ਕੋਰਟਸ ਐਂਡ ਬੈਂਕ ਐਂਡ ਵਟਐਵਰ, ਹੈ ਨਾ। ਉਹਨਾਂ ਦਾ ਫਿਊਚਰ ਤਾਂ ਨਹੀਂ ਆਪਾਂ ਦੱਸ ਸਕਦੇ, ਪਰ ਇਹ ਤੋਂ ਸਿੱਖਿਆ ਜ਼ਰੂਰ ਲੈ ਸਕਦੇ ਹਾਂ ਕਿ ਭਾਈ ਜੇ ਉੱਡਣਾ ਆ ਤਾਂ ਇਸ ਹਿਸਾਬ ਨਾਲ ਉੱਡੋ ਵੀ ਤੁਸੀਂ ਥੱਲੇ ਉਤਰ ਕੇ ਤੁਸੀਂ ਖੰਭਾਂ ਦੇ ਨਾਲ ਉੱਡ ਕੇ ਤੁਸੀਂ ਕਿਸੇ ਡਾਹਣ ਤੇ ਬੈਠ ਸਕੋ। ਇਹਨਾਂ ਨਾਲ ਉੱਡੋ ਕਿ ਮੁੜ ਕੇ ਉੱਤੋਂ ਮਤਲਬ ਕਿ ਤੀਰ ਨਾਲ ਹੀ ਅਗਲਾ ਸਿੱਟੇ ਥੱਲੇ। ਸੋ ਇਹ ਚੀਜ਼ ਆ ਕਿ ਡੈਫੀਨੇਟਲੀ ਇਹਦੇ ਨਾਲ। ਔਰ ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਡੀ ਚੀਜ਼ ਆ ਜਿਹੜੀ ਸਾਡੇ ਟਰੱਕਰ ਕਮਿਊਨਿਟੀ ਨੂੰ ਸਿੱਖਣ ਵਾਲੀ ਆ ਕਿ ਅੰਨ੍ਹੇਵਾਹ ਡੀਲਸ ਨਾ ਕਰੋ, ਨਾ ਇੱਦਾਂ ਦੀ ਚੀਜ਼ ਕਰੋ ਕਿ ਜਿੱਥੇ ਕਿ ਤੁਸੀਂ ਦੇਖੋ, ਜੇ ਪ੍ਰਾਈਡ ਗਰੁੱਪ ਨੂੰ ਉੱਪਰ ਚੱਕਿਆ ਤੇ ਉਹ ਪੰਜਾਬੀ ਕਮਿਊਨਿਟੀ ਨੇ ਚੱਕਿਆ। ਜੇ ਕਹੋ ਵੀ ਕਿਸੇ ਗੋਰੇ ਮੈਕਸੀਕੇ ਕਾਲੇ ਨੇ ਕਿਸੇ ਨੇ ਟਰੱਕ 2-2.5 ਲੱਖ ਦਾ ਲਿਆ ਤੇ ਕਿਸੇ ਨੇ ਨਹੀਂ ਲਿਆ। ਠੀਕ ਆ, ਜੇ ਤੁਸੀਂ ਸੋਚ ਕੇ ਦੇਖੋ ਤੇ ਇਹ ਜੇ ਕੋਈ ਉੜਿਆ ਤੇ ਉਹਨੂੰ ਉਡਾਇਆ ਵੀ ਅਸੀਂ ਆ। ਜੇ ਕੋਈ ਗੜਬੜ ਹੋਈ ਆ ਤੇ ਹੋਈ ਵੀ। ਜੇ ਉਹਨਾਂ ਨੇ 2.5 ਲੱਖ ਦਾ ਟਰੱਕ 2 ਲੱਖ ਦਾ ਟਰੱਕ ਵੇਚਿਆ, ਅਸੀਂ ਨਹੀਂ ਪੜ੍ਹ ਕੇ ਸਾਈਨ ਕੀਤੇ ਤੇ ਉਹ ਵੀ ਸਾਡੀ ਓ ਗਲਤੀ ਆ। ਠੀਕ ਹੈ ਨਾ। ਜੇ ਹੁਣ ਅਸੀਂ ਟਰੱਕ ਦਾ ਲੋਨ ਲੈਣ ਗਏ, ਅੱਛਾ ਤੁਸੀਂ ਸੁਣੋ, ਤੁਸੀਂ ਦੇਖੋ ਅੱਜ ਤੁਸੀਂ ਜਾਂਦੇ ਆ, ਤੁਸੀਂ ਇੱਥੇ ਆਪਣੀ ਕਾਰ ਲੀਜ਼ ਕਰਨ ਜਾਂਦੇ ਆ, ਤੁਹਾਨੂੰ ਉਹ ਕਹਿੰਦੇ ਆ 3999 ਡਿਊ ਐਟ ਸਾਈਨਿੰਗ। ਠੀਕ ਹੈ ਨਾ। ਉਹ 3999 ਡਿਊ ਐਟ ਸਾਈਨਿੰਗ ਕੀ ਹੁੰਦੇ ਆ? ਤੁਹਾਡੀਆਂ 1-2 ਪੇਮੈਂਟਾਂ ਹੁੰਦੀਆਂ ਵਿੱਚ, ਕੁਛ ਉਹਨਾਂ ਦੀ ਡਿਪੋਜ਼ਿਟ ਹੁੰਦਾ ਆ। ਠੀਕ ਆ। ਤੁਹਾਨੂੰ ਕੋਈ ਕਾਰ ਦੇ ਲਈ ਕਹਿੰਦਾ ਵੀ ਤੁਹਾਡੀ 50,000 ਦੀ ਕਾਰ ਆ, ਉਹਦੇ ਲਈ ਤੁਸੀਂ $30,000 ਡਾਊਨ ਦਿਓ? ਨਹੀਂ ਕਹਿੰਦੇ। ਹੁਣ ਜੇ ਟਰੱਕ ਤੁਹਾਨੂੰ ਲੀਜ਼ ਟੂ ਓਨ ਟਰੱਕ ਤੁਸੀਂ ਲੈ ਰਹੇ ਆ, 80,000 ਦੀ 70,000 ਦੀ ਤੁਹਾਨੂੰ ਡਾਊਨ ਪੇਮੈਂਟ ਕੋਈ ਲੈ ਰਿਹਾ, ਤੇ ਤੁਹਾਨੂੰ ਇਹ ਸਮਝਣਾ ਨਹੀਂ ਚਾਹੀਦਾ ਵੀ ਇਹ ਲੋਨ ਆ ਕਿ ਲੀਜ਼ ਟੂ ਓਨ ਆ। ਠੀਕ ਹੈ ਨਾ। ਹੁਣ ਜਿਹੜੀਆਂ ਹੋਰ ਉਹ ਦੇਖੋ ਹੋਰ ਕੰਪਨੀਆਂ ਵੀ ਹੈਗੀਆਂ, ਤੁਸੀਂ ਰਾਈਡਰ ਕੋਲ ਜਾ ਕੇ ਲੀਸਿੰਗ ਕਰਦੇ ਆ, ਤੁਹਾਨੂੰ ਰਾਈਡਰ ਤਾਂ 80,000 ਥੋੜੀ ਮੰਗਦਾ ਲੀਸਿੰਗ ਦੇ ਉੱਤੇ। ਇਹੀ ਨਾ ਵੀ ਉਹ ਲੈ ਕੇ ਤੇ ਡਾਊਨ ਦੇ ਕੇ ਇੱਕ ਅੱਧਾ ਹੋਰ ਲੋਨ ਚੱਕੀ ਗਏ। ਹਾਂ, ਸੋ ਸੀਰੀਅਸਲੀ ਗੱਲ ਇਹ ਆ ਕਿ ਤੁਸੀਂ ਅੰਨ੍ਹੇਵਾਹ ਡੀਲਸ ਨਾ ਕਰੋ, ਬਿਲਕੁਲ ਬਲਾਈਂਡਲੀ ਨਾ ਚੱਲੋ। ਜਿਹੜੇ ਕੰਟਰੈਕਟ ਤੇ ਸਾਈਨ ਕਰਦੇ ਹੋ, ਕੰਟਰੈਕਟ ਪੜ੍ਹੋ ਧਿਆਨ ਦੇ ਨਾਲ, ਧਿਆਨ ਨਾਲ ਦੇਖੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਗੜਬੜ ਖਰਾਬੀ ਵੀ ਅਸੀਂ ਉਹ ਕੀਤੀ ਆ, ਨਾ ਕਿ ਕਿਸੇ ਹੋਰ। ਇੱਕ ਤੋਂ ਉੱਤੇ ਲੱਤ ਰੱਖ ਕੇ ਕਹਿੰਦੇ ਸੀਗੇ ਵੀ ਮੈਂ 10,000 ਵੱਧ ਦਿੰਦਾ, ਮੈਂ 20,000 ਵੱਧ ਦਿੰਦਾ। ਮੈਂ ਤੁਹਾਨੂੰ ਦੱਸਦਾ ਕਿ ਇਹਦੇ ਬਾਰੇ ਦੇ ਵਿੱਚ ਮੈਨੂੰ ਰਿਮੈਂਬਰ ਆ ਟੈਕਸਸ ਦੀ ਕਿਸੇ ਡੀਲਰਸ਼ਿਪ, ਇਸੇ ਡੀਲਰਸ਼ਿਪ ਦੇ ਕਿਸੇ ਆਫਿਸ ਦੇ ਵਿੱਚ ਟੈਕਸਸ ਦੇ ਵਿੱਚ ਬੰਦਿਆਂ ਦੀ ਕਾਲ ਆਈ ਸੀ ਕਿ ਭਾਜੀ ਅਸੀਂ ਲੌਬੀ 'ਚ ਸਾਨੂੰ ਵੇਟ ਕਰਾਉਣ ਨੂੰ ਕਿਹਾ ਆ, ਤੇ 2,25,000 ਦਾ ਟਰੱਕ ਸੀਗਾ। ਕੋਈ ਆਪਣੇ ਬੰਦੇ ਆਏ ਆ, ਉਹ 2,30,000 ਦੀ ਆਫਰ ਦੇ ਕੇ ਅੰਦਰ ਚਲੇ ਗਏ ਤੇ ਉਹਨਾਂ ਨੇ ਲੈ ਲਿਆ ਟਰੱਕ। ਅਸੀਂ ਲੌਬੀ 'ਚ ਬੈਠੇ ਰਹਿ ਗਏ। ਸਵਾ 2 ਲੱਖ ਲੈ ਕੇ ਹੱਥ 'ਚ ਰਹਿ ਗਿਆ। ਹਾਂ, ਇਹ ਹਾਲਾਤ ਜਿਹੜੇ ਸੀ ਉਦੋਂ ਬਣੇ ਸੀਗੇ। ਉਦੋਂ ਕਾਲੀ ਬਹੁਤ ਪਾਈ ਸਾਰੇ। ਆਪਾਂ ਨੂੰ ਕਾਲਾਂ ਨਹੀਂ ਆਈਆਂ ਕਿ ਉੱਥੇ ਟੈਕਸਸ ਦੇ ਵਿੱਚ $10,000 ਟ੍ਰੇਲਰ ਦੀ ਡਾਊਨ ਪੇਮੈਂਟ। ਹਾਂਜੀ। ਬੰਦਾ ਹੁਣ ਇੱਥੇ ਦੇਖ ਲਓ, ਇੱਥੇ ਕਿੰਨੇ ਇਹੋ ਜਿਹੇ ਕੰਮ ਹੋਏ ਆਪਣੀਆਂ ਕਈ। ਰਮਨ ਜੀ, ਇਹ ਵੀ ਉਦੋਂ ਨਿਊਜ਼ ਆਈਆਂ ਸੀਗੀਆਂ ਵੀ ਜਦੋਂ ਇਹਨਾਂ ਨੇ ਰੀਸਟਰਕਚਰਿੰਗ ਦੇ ਲਈ ਜਾਂ ਬੈਂਕਰਪਸੀ ਫਾਈਲ ਕਰਤੀ ਸੀ, ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਕਹਿੰਦੇ ਸੀ ਵੀ ਇਹਨਾਂ ਦੇ ਐਸਟ ਵਿਕਣੇ ਆ, ਫਿਰ ਵੀ ਜਿਹੜੇ ਆ ਇਹ ਟਰੱਕ ਵਿਕ ਗਏ। ਭਾਜੀ ਉਹ ਰੌਲਾ ਆਈ ਸੀਗੀ, ਉਹ ਰੀਕਨਸਟਰਕਟ। ਦੇਖੋ ਜਿਹੜੀ ਚੈਪਟਰ 11 ਬੈਂਕਰਪਸੀ ਹੁੰਦੀ ਹੈ ਨਾ, ਉਹਦੇ ਵਿੱਚ ਕੀ ਹੁੰਦਾ ਕਿ ਬਿਜ਼ਨਸ ਵਿਲ ਗੋ ਐਜ਼ ਯੂਜੂਅਲ। ਠੀਕ ਹੈ ਜੀ, ਠੀਕ ਹੈ। ਬਿਜ਼ਨਸ ਐਜ਼ ਯੂਜੂਅਲ ਚੱਲੂਗਾ। ਜਿਹੜੇ ਜਿਨ੍ਹਾਂ ਦੇ ਪੈਸੇ ਦੇਣੇ ਹੁੰਦੇ ਆ ਬੈਂਕਾਂ ਦੇ, ਉਹ ਬੈਂਕ ਜਿਹੜੇ ਆ ਉਹ ਬਿਜ਼ਨਸ ਨੂੰ ਸ਼ਟ ਡਾਊਨ ਕਰਨ ਲਈ ਮਜਬੂਰ ਨਹੀਂ ਕਰਨਗੇ, ਉਹਨੂੰ ਪੇਮੈਂਟਾਂ ਲਈ ਮਜਬੂਰ ਨਹੀਂ ਕਰਨਗੇ। ਉਹ ਬੈਕ ਆਫ ਹੋ ਕੇ ਖੜ ਜਾਣਗੇ, ਵੇਟ ਕਰਨਗੇ ਕਿ ਜਿਹੜਾ ਬਿਜ਼ਨਸ ਆ ਉਹ ਸਰਵਾਈਵ ਕਰ ਸਕੇ ਔਰ ਆਪਣੇ ਪੈਰਾਂ ਤੇ ਵਾਪਸ ਖੜ ਸਕੇ। ਇਹ ਹੁੰਦੀ ਚੈਪਟਰ 11। ਠੀਕ ਆ। ਜਿਹੜੀ ਚੈਪਟਰ 11 ਆ, ਇਹ ਬਹੁਤ ਬਿਜ਼ਨਸ ਚੈਪਟਰ 11 ਜਿਹੜੇ ਆ ਉਹ ਟਾਈਮ ਬਾਏ ਆਊਟ ਕਰਨ ਨੂੰ ਕਰਦੇ ਆ, ਕਰ ਲੈਂਦੇ। ਸਹੀ ਗੱਲ।
ਜਿੱਥੇ ਤੁਹਾਨੂੰ ਪਤਾ ਨਾ ਕਿ ਇਹਨੇ ਚੈਪਟਰ 7 ਮਤਲਬ ਆਪਾਂ ਨੂੰ ਇਹ ਹਾਲਾਤ ਤਾਂ ਦਿਖਦੇ ਹੀ ਸੀਗੇ ਵੀ ਜਿਹੜੇ ਹਿਸਾਬ ਦੇ ਨਾਲ ਜਿੱਡਾ ਵੱਡਾ ਕ੍ਰਾਈਮ ਹੋਇਆ, ਜਿੱਡਾ ਵੱਡਾ ਫਰਾਡ ਹੋਇਆ, ਜਿੱਡੇ ਵੱਡੀਆਂ ਪ੍ਰੋਬਲਮਸ ਹੋਈਆਂ, ਇਹ ਰੀਸਟਰਕਚਰ ਹੋ ਨਹੀਂ ਸਕਦੀ। ਦੇਣਦਾਰੀਆਂ ਬਹੁਤ ਜ਼ਿਆਦੀਆਂ ਸੀ। $1.5 ਬਿਲੀਅਨ ਟਾਈਮ ਬਾਈ ਆਊਟ ਸੀ, ਉਹ ਟਾਈਮ ਬਾਈ ਆਊਟ ਕਰਨਾ ਸੀ, ਟਾਈਮ ਬਾਈ ਆਊਟ ਹੋਇਆ। ਉਸ ਤੋਂ ਬਾਅਦ ਚੈਪਟਰ 7 ਹੋਣੀ ਸੀ। ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਗੱਲ ਕੀਤੀ ਆ ਕਿ ਚੈਪਟਰ 7 ਦੀ ਤਿਆਰੀ ਆ, ਸਿਰਫ ਇਹ ਆ ਕਿ ਟਾਈਮ ਬਾਈ ਆਊਟ ਆ। ਜੀ ਜੀ, ਲਿਕਵਿਡੇਸ਼ਨ ਬੈਂਕਰਪਸੀ ਨੂੰ ਆਖ ਦਿੱਤਾ ਆਪਣੇ ਇੱਕ ਕੰਪਨੀ ANA ਐਕਸਪ੍ਰੈਸ ਸਾਊਥ ਡਕੋਟਾ ਦੀ ਜਿਹੜੀ ਆ, ਹਾਂਜੀ, ਉਹ ਵੀ ਜਿਹੜੀ ਆ ਸ਼ਟ ਡਾਊਨ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਗਏ ਆ। ਹਾਂਜੀ, ਸਾਊਥ ਡਕੋਟਾ ਤੇ 111 ਡਰਾਈਵਰ ਜਿਹੜੇ ਆ ਉਹ ਜੌਬਲੈਸ ਹੋ ਗਏ ਆ। 88 ਕਿ 85 ਇਹਨਾਂ ਦੇ ਟਰੱਕ ਸੀਗੇ। ਸੋ ਇਹ ਵੀ ਕੰਪਨੀ ਜਿਹੜੀ ਆ ਇਹ ਜਿਹੜੀ ਆ ਮਤਲਬ ਕਿ ਸ਼ਟ ਡਾਊਨ ਕਰ ਗਈ ਹੈਗੀ ਆ। ਤੇ ਕੰਪਨੀ ਦੇ ਲਈ ਕੋਈ ਤਕਰੀਬਨ 140 ਇੰਡੀਪੈਂਡੈਂਟ ਕਾਂਟਰੈਕਟਰ ਵੀ ਕੰਮ ਕਰਦੇ ਸੀਗੇ, ਜਿਹੜੇ ਕਿ 111 EMPLOYE ਤੇ ਤਕਰੀਬਨ 150 ਜਿਹੜੇ ਉਹ ਦੂਜੇ ਨਾਲ, ਹਾਂਜੀ 150 ਜਿਹੜੇ ਓਨਰ ਆਪਰੇਟਰ ਸੀਗੇ। ਸੋ ਇਹ ਵੀ ਕੰਪਨੀ ਜਿਹੜੀ ਆ ਇਹ ਸ਼ਟ ਡਾਊਨ ਹੋ ਗਈ ਆ। ਸੋ ਜੇ ਤੁਸੀਂ ਇਹਨਾਂ ਦੇ ਨਾਲ ਕੰਮ ਕਰਦੇ ਸੀਗੇ ਜਾਂ ਕੰਮ ਕਰ ਰਹੇ ਹੋ, ਇਹ ਡੈਫੀਨੇਟਲੀ ਜਿਹੜਾ ਆ ਧਿਆਨ ਰੱਖੋ ਆਪਣਾ। ਬਾਕੀ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਓਵਰਆਲ ਇੰਡਸਟਰੀ ਠੀਕ ਆ, ਓਵਰਆਲ ਇੰਡਸਟਰੀ ਗੁੱਡ ਸਾਈਡ ਨੂੰ ਆ, ਪਰ ਅਜੇ ਵੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਲਿੰਗਰ ਔਨ ਕਰ ਰਹੀਆਂ ਹੈਗੀਆਂ, ਜਿਹੜੀਆਂ ਇਸ਼ੂਜ਼ ਅਜੇ ਵੀ ਖੜੇ ਹੈਗੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਉੱਤੇ ਅਜੇ ਵੀ ਉਹਦੇ ਦਾ ਉੱਦਾਂ ਹੀ ਜਿਹੜੀ ਆ ਉਹ ਗਾਜ ਅਟਕੀ ਹੋਈ ਆ। ਸੋ ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਆਪਾਂ ਸੱਦਾ ਦਿੰਦੇ ਹਾਂ। ਸਰੋਤੇ, ਜੇ ਤੁਸੀਂ ਵੀ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਆ ਜਾਂ ਗੱਲ ਕਰਨਾ ਚਾਹੁੰਦੇ ਆ ਤਾਂ ਨੰਬਰ ਹੈ 408 272 5200 4082725200। ਇਸ ਨੰਬਰ ਤੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਜਾਂ ਆਪਣੀ ਰਾਏ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਆ। ਕੀ ਰਮਨ ਜੀ, ਆਲਦੋ ਦੇਖੋ ਇਹ ਜਿਹੜੀਆਂ ਨਿਊਜ਼ ਬਾਰ-ਬਾਰ ਆ ਰਹੀਆਂ, ਕੰਪਨੀਆਂ ਬੰਦ ਹੋਣੀਆਂ, 111 ਲੋਕਾਂ ਵਾਲੀ ਜਿਹੜੀ ਕੰਪਨੀ ਆ ਇਹ ਟੈਂਪਰੇਚਰ ਕੂਲਡ A&A ਐਕਸਪ੍ਰੈਸ ਇਹ ਬੰਦ ਹੋਈ, ਜਿਨ੍ਹਾਂ ਚੋਂ 85 ਟਰੱਕ ਡਰਾਈਵਰ ਸੀ, ਕੁੱਲ 111 ਜਾਣੇ ਲੇ ਆਫ ਹੋ ਗਏ ਆ। ਕੀ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਹੁਣ ਕਰੈਕਸ਼ਨ ਤੋਂ ਬਾਅਦ ਉੱਤੇ ਵੱਲ ਨੂੰ ਆ, ਇਹ ਵਨ ਆਫ ਦਾ ਲਾਸਟ ਵਨਸ ਆ ਜਿਹੜੇ ਝੜ ਰਹੇ ਆ, ਜਾਂ ਜਿਹੜੀਆਂ ਇਹ ਬੰਦ ਹੋ ਰਹੀਆਂ ਆ, ਕੀ ਇਸ ਤੋਂ ਬਾਅਦ ਹੁਣ ਉੱਤੇ ਵੱਲ ਨੂੰ ਵਧਣਾ ਸ਼ੁਰੂ ਹੋਊਗਾ? ਬਿਲਕੁਲ ਜੀ, ਆਪਣੇ ਅਲਟੀਮੇਟਲੀ ਤਾਂ ਜਿਹੜਾ ਰਿਵਾਈਵਲ ਹੈਗਾ ਉਹ ਹੈਗਾ ਹੀ ਹੈਗਾ। ਹੁਣ ਅਗਲੇ ਮਹੀਨੇ ਰੇਟ ਕੱਟਸ ਦੀ ਗੱਲ ਕੀਤੀ ਜਾ ਰਹੀ ਹੈ। ਜੇ ਰੇਟ ਕੱਟਸ ਹੋ ਜਾਂਦੇ ਅਗਲੇ ਮਹੀਨੇ ਤੇ ਡੈਫੀਨੇਟਲੀ ਜਿਹੜਾ ਰਿਵਾਈਵਲ ਹੈਗਾ ਸ਼ੁਰੂ ਹੋ ਸਕਦਾ ਹੈ। ਆਪਾਂ ਨੂੰ ਪਤਾ ਹੈ ਇਲੈਕਸ਼ਨ ਵਾਲਾ ਈਅਰ ਹੈਗਾ, ਸੋ ਇਹਦੇ 'ਚ ਕੁਛ ਨਾ ਕੁਛ ਉਹ ਕੰਮ ਕਰਨਾ ਹੀ ਹੁੰਦਾ ਹੈ, ਚੱਲਣਾ ਹੀ ਹੁੰਦਾ ਆ। ਸੋ ਇਸ ਕਰਕੇ ਆਸ ਹੈਗੀ ਆ ਕਿ ਜੇ ਇੰਟਰਸਟ ਰੇਟ ਥੱਲੇ ਜਾਂਦਾ ਆ ਤੇ ਡੈਫੀਨੇਟਲੀ ਇਹ ਹੋ ਸਕਦਾ। ਹਰਪ੍ਰੀਤ ਰੰਧਾਵਾ ਹੁਣੀ ਜਿਹੜੇ ਆਪਣਿਆਂ ਨੂੰ ਪੁੱਛਦੇ ਆ ਫੇਸਬੁੱਕ ਦੇ ਉੱਤੇ ਕਿ ਸ਼ਿਪਰ ਟੇਕ 4 to 10 hours ਮੋਸਟਲੀ ਰੀਫਰ ਰੋਡਸ ਆਫਟਰ ਇੰਪਲੋਇਮੈਂਟ ਲੌਂਗ ਟਾਈਮ ਵੇਟ, ਹੈ ਨਾ। ਇਹ ਅਸੀਂ ਹੱਥ ਜੋੜ ਕੇ ਕਹਿੰਦੇ ਕਿ ਜਦੋਂ ਅਸੀਂ ਡਿਟੈਂਸ਼ਨ ਟਾਈਮ ਦਾ ਕਮੈਂਟ ਪੀਰੀਅਡ ਸੀਗਾ, ਉਦੋਂ ਸਾਡੇ ਬਹੁਤ ਕਹਿਣ ਦੇ ਬਾਵਜੂਦ ਵੀ ਆਪਣੇ ਕਮਿਊਨਿਟੀ ਨੇ ਕਮੈਂਟ ਬਿਲਕੁਲ ਨਹੀਂ ਸੀ ਕੀਤੇ। ਤੇ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਕਿ ਜਿਹੜਾ ਉੱਦਾਂ ਹੀ ਚੱਲ ਰਹੀ ਹੈਗੀ ਆ। ਡੈਫੀਨੇਟਲੀ ਇਹ 'ਤੇ ਕੰਮ ਹੋ ਰਿਹਾ ਹੈਗਾ, ਪਰ ਬਹੁਤ ਸਲੋ ਸਪੀਡ ਨਾਲ ਹੋ ਰਿਹਾ ਹੈਗਾ। ਸੌਰੀ ਟੂ ਸੇ ਹਰਪ੍ਰੀਤ ਰੰਧਾਵਾ ਜੀ, ਇਹ ਅਸੀਂ ਬਹੁਤ ਜ਼ੋਰ ਦੇ ਕੇ ਉਦੋਂ ਕਿਹਾ ਸੀਗਾ ਸਾਰਿਆਂ ਨੂੰ ਕਿ ਡਿਟੈਂਸ਼ਨ ਟਾਈਮ ਦੇ ਉੱਤੇ ਜਿਹੜਾ ਆ ਆਪਣੇ ਕਮੈਂਟਸ ਲਿਖੋ, ਆਪਣੇ ਸਾਰੇ ਰੱਜ ਕੇ ਜਿਹੜੇ ਕਮੈਂਟ ਕਰੋ, ਪਰ ਅਨਫੋਰਚੂਨੇਟਲੀ ਉਦੋਂ ਕਮੈਂਟਸ ਬਿਲਕੁਲ ਨਹੀਂ ਸੀ ਹੋਏ। ਬਿਲਕੁਲ, ਇਕੱਲਾ ਆਪਣੀ ਕਮਿਊਨਿਟੀ ਨਹੀਂ, ਉਹ ਤਾਂ ਰਮਨ ਜੀ ਇਹ ਪ੍ਰੋਬਲਮ ਤਾਂ ਸਾਰਿਆਂ ਨੂੰ ਆ। ਸਾਰੀ ਟਰੱਕਿੰਗ ਇੰਡਸਟਰੀ ਇਸ ਚੀਜ਼ ਦੇ ਵਿੱਚ ਪਿੱਛੇ ਰਹਿ ਜਾਂਦੀ ਆ ਜਦੋਂ ਕਮੈਂਟਸ ਦੀ ਜਿਹੜੀ ਉਹ ਗੱਲ ਜਿਹੜੀ ਇਹਦੇ ਵਿੱਚ ਆਉਂਦੀ ਆ। ਇੱਕ ਅਗਲੀ ਜਿਹੜੀ ਰਮਨ ਜੀ ਖਬਰ ਆ ਰਹੀ ਆ, ਇਹ ਓਹਾਇਓ ਦੇ ਟਰੱਕ ਸਟਾਪ ਤੋਂ 44 ਪਾਊਂਡ ਕੋਕੇਨ ਫੜੀ ਗਈ ਆ। ਇਹ ਟੈਕਸਸ ਦਾ ਰਹਿਣ ਵਾਲਾ ਟਰੱਕਰ ਸੀਗਾ ਤੇ ਕਹਿੰਦੇ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਆ। ਅਲ ਪਾਸੋ ਤੋਂ ਓਹਾਇਓ ਵੱਲ ਨੂੰ ਇਹ ਜਿਹੜੀ ਕੋਕੇਨ ਲਗਾ ਕੇ ਡਰੱਗ ਟ੍ਰੈਫਿਕ ਜਿਹੜੀ ਉਹ ਕਰ ਰਿਹਾ ਸੀ। ਹੈਵੀਅਰ ਅਡਵਾਡੋ 47 ਸਾਲਾਂ ਦਾ, ਇਸ ਨੇ 20 ਕਿਲੋ ਕੋਕੇਨ ਦੀ ਪੋਜੈਸ਼ਨ ਦੇ ਦੋਸ਼ਾਂ ਨੂੰ ਕਬੂਲ ਲਿਆ ਆ ਤੇ ਕਹਿੰਦੇ ਵੀ ਇਹਦੇ ਉੱਤੇ ਜਿਹੜੇ ਚਾਰਜਸ ਸੀਗੇ ਜਿਹੜੀ ਸਮਗਲਿੰਗ ਦੇ, ਟ੍ਰੈਫਿਕਿੰਗ ਦੇ ਨਾਲ ਇੰਟੈਂਟ ਟੂ ਡਿਸਟ੍ਰੀਬਿਊਟ ਵੀ। ਇਹ ਯੰਗਸਟਾਊਨ ਓਹਾਇਓ ਦੇ ਵਿੱਚ 31 ਮਈ ਨੂੰ ਇਹ ਫੜਿਆ ਗਿਆ ਸੀ। ਓਹਾਇਓ ਦੀ ਜਿਹੜੀ ਸਟੇਟ ਹਾਈਵੇ ਪੈਟਰੋਲ ਆ ਉਹਨਾਂ ਦੇ ਜਿਹੜਾ ਇਹ ਦੁਆਰਾ। ਸੋ ਇਸ ਟਾਈਮ ਟਰੱਕਿੰਗ ਇੱਕ ਵੱਡਾ ਕਹਿ ਲਓ ਵੀ ਇਹਨਾਂ ਦੇ ਲਈ ਵੀ, ਜਿਹੜੇ ਡਰੱਗ ਟ੍ਰੈਫਿਕਰਸ ਦੇ ਲਈ ਵੱਡੀ ਇੱਕ
ਕਹ ਲਓ ਵੀ ਸੁਵਿਧਾ ਜਿਹੜੀ ਉਹ ਬਣੀ ਪਈ ਆ, ਇਸ ਦੀ ਖਾਸੀ ਵਰਤੋਂ ਹੁੰਦੀ ਹੈ। ਕਈ ਵਾਰੀ ਆਪਾਂ ਦੇਖਿਆ ਸੀ ਪਿਛਲੀ ਵਾਰੀ ਜੀ ਜੀ 2 ਫਰੈਜ਼ਨੋ ਵਾਲੇ ਵੀ ਜਿਹੜੇ ਉਹ ਫੜੇ ਗਏ ਸੀਗੇ, ਹਾਂਜੀ ਮੁੰਡੇ ਇੱਥੋਂ ਦੇ। ਸੋ ਇਹ ਕੰਮ ਕਾਫੀ ਜ਼ਿਆਦਾ ਜਿਹੜਾ ਉਹ ਲਗਾਤਾਰ ਹੀ ਜਿਹੜਾ ਉਹ ਚੱਲਦਾ ਜਾ ਰਿਹਾ। ਦੇਖੋ ਜੀ, ਫੜੇ ਤਾਂ ਬਹੁਤ ਜਾ ਰਹੇ ਆ, ਔਰ ਫੜੇ ਆਪਣੀ ਇਕੱਲੀ ਕਮਿਊਨਿਟੀ ਦੇ ਨਹੀਂ ਫੜੇ ਜਾ ਰਹੇ, ਫੜੇ ਬਥੇਰੇ ਜਾ ਬਿਲਕੁਲ ਰਹੇ, ਚਾਈਨੀਜ਼ ਫੜੇ ਜਾ ਰਹੇ, ਮੈਕਸੀਕਨ ਫੜੇ ਜਾ ਰਹੇ, ਨਹੀਂ ਫੜੇ ਜਾ ਰਹੇ ਆ। ਪਰ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਤਾਂ ਕਰਦੇ ਕਿਉਂਕਿ ਆਪਾਂ ਸ਼ਾਇਦ ਪੰਜਾਬੀ ਦੀਆਂ ਖਬਰਾਂ ਜ਼ਿਆਦੀਆਂ ਆਪਾਂ ਸੋਚਦੇ ਹਾਂ ਕਿ ਆਪਾਂ ਉਹਦੇ ਵਿੱਚ ਜਾਂਦੇ ਹਾਂ। ਪਰ ਡੈਫੀਨੇਟਲੀ ਇਹ ਇੱਕ ਸ਼ੁਰੂ ਤੋਂ ਬਹੁਤ ਵੱਡਾ ਮੁੱਦਾ ਹੈਗਾ ਇਹ, ਜਿਹੜਾ ਹੈਗਾ ਕਿ ਜਿਹਦੇ ਵਿੱਚ ਜਿਹੜੀ ਟਰੱਕਾਂ ਨੂੰ ਯੂਜ਼ ਕਰਨ ਦਾ ਜਿਹੜਾ ਮੁੱਦਾ ਹੈਗਾ, ਇਹ ਬਹੁਤ ਬਹੁਤ ਪੁਰਾਣਾ ਤੇ ਬਹੁਤ ਵੱਡਾ ਹੈਗਾ। ਇਸ ਦਾ ਅਜੇ ਤੱਕ ਕੋਈ ਹੈ ਨਹੀਂ, ਇਲਾਜ ਨਹੀਂ ਜਿਹੜਾ ਰੁਝਾਨ ਚ ਵੀ ਵਾਧਾ ਦੇਖਦੇ ਇਦਾਂ ਨਾ ਵੀ ਓਵਰਨਾਈਟ ਰਿਚ ਹੋਣ ਵਾਲੀ ਜਿਹੜੀਆਂ ਸਕੀਮਾਂ ਦੇ ਵਿੱਚ ਇਕੱਲੇ ਨਹੀਂ, ਸਾਰੀ ਦੁਨੀਆ ਹੀ ਜਿਹੜੀ ਉਹ ਸ਼ਾਮਲ ਹੋਣਾ ਚਾਹੁੰਦੀ ਆ, ਤੇ ਉਸ ਦੇ ਵਿੱਚ ਕੁਛ ਨਾ ਕੁਛ ਇਦਾਂ ਦਾ ਫਿਰ ਪੁੱਠਾ ਕਾਰਾ ਜਿਹੜਾ ਉਹ ਕਰਦੇ ਨੇ। ਰਮਨ ਜੀ, ਅਕਸਰ ਤੁਸੀਂ ਵੀ ਇਹ ਗੱਲ ਕਰਦੇ ਆ, ਇਹ ਆਖਿਆ ਜਾਂਦਾ ਵੀ ਇਕੋਨਮੀ ਦੇ ਵਿੱਚ ਕੀ ਹੋਣ ਵਾਲਾ ਆ, ਇਹਦੇ ਵਿੱਚ ਟਰੱਕਿੰਗ ਤੋਂ ਜਿਹੜਾ ਪਤਾ ਲੱਗ ਜਾਂਦਾ ਵੀ ਕੀ ਆ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕੁਛ ਨਾ ਕੁਛ ਬੈਟਰ ਸਿਚੁਏਸ਼ਨ ਜਿਹੜੀ ਆ ਉਹ ਆ ਸਕਦੀ ਆ, ਉਸ ਦੇ ਵੱਲ ਨੂੰ ਆਪਾਂ ਵੱਧ ਰਹੇ ਆ। ਪਰ ਹੁਣ ਚਰਚਾਵਾਂ ਓਵਰਆਲ ਯੂਐਸ ਇਕੋਨਮੀ ਦੀਆਂ ਰਿਸੈਸ਼ਨ ਵੱਲ ਨੂੰ ਜਿਹੜੀਆਂ ਉਹ ਤੁਰੀਆਂ ਆ, ਇਹ ਆਪਸ ਦੇ ਵਿੱਚ ਕਿੱਦਾਂ ਦੋਨੋਂ ਗੱਲਾਂ ਮੇਲ ਖਾ ਰਹੀਆਂ ਆ? ਓਵਰਆਲ ਜੇ ਯੂਐਸ ਦੀ ਇਕੋਨਮੀ ਰਿਸੈਸ਼ਨ ਵੱਲ ਨੂੰ ਜਾਂਦੀ ਹੈ ਜਾਂ ਡਾਊਨ ਜਾ ਰਹੀ ਆ, ਇਹ ਟਰੱਕਿੰਗ ਤੇ ਵੀ ਨਾਲ ਹੀ ਆਬਵੀਅਸਲੀ ਉਸ ਦਾ ਅਸਰ ਆ, ਜਾਂ ਟਰੱਕਿੰਗ ਦੇ ਅਸਰ ਤੋਂ ਆਪਾਂ ਉਸ ਦਾ ਅੰਦਾਜ਼ਾ ਲਾਈਏ ਵੀ ਕੀ ਹੋਣ ਵਾਲਾ? ਬਿਲਕੁਲ, ਟਰੱਕਿੰਗ ਆਪਾਂ ਜਿੱਦਾਂ ਕਿ ਅੱਗੇ ਵੀ ਗੱਲ ਕਰਦੇ ਹੁੰਦੇ ਕਿ ਟਰੱਕਿੰਗ ਦਾ ਕਾਫੀ ਜਿਹੜਾ ਆ ਜਿਹੜਾ ਟਰੱਕਿੰਗ ਇੱਕ ਐਸੀ ਚੀਜ਼ ਹੈ ਕਿ ਜਿਹਦੀ ਪਹਿਲਾਂ ਹੀ ਪਤਾ ਲੱਗਦਾ ਆ ਕਿ ਰਿਸੈਸ਼ਨ ਆਉਣ ਵਾਲਾ ਆ, ਤੇ ਟਰੱਕਿੰਗ ਦੇ ਨਾਲ ਹੀ ਪਹਿਲਾਂ ਪਤਾ ਲੱਗਦਾ ਕਿ ਇਕੋਨਮੀ ਉੱਠਣ ਵਾਲੀ ਆ। ਸੋ ਇਹ ਟਰੱਕਿੰਗ ਕਾਫੀ ਇੰਪੋਰਟੈਂਟ ਮੰਨੀ ਜਾਂਦੀ ਆ ਇਸ ਮਾਮਲੇ ਦੇ ਵਿੱਚ, ਤੇ ਇਸ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਰਾਜਨ, ਉਹਦੇ ਵਿੱਚ ਜੇ ਆਪਾਂ ਅਗੇਨ ਗੱਲ ਸਾਰੀ ਚਲੀ ਜਾਂਦੀ ਆ ਕਿ ਇੰਟਰਸਟ ਰੇਟ ਡਾਊਨ ਜਾਂਦਾ ਆ, ਘਰਾਂ ਦੀ ਜਿਹੜੀ ਕੰਸਟਰਕਸ਼ਨ ਸ਼ੁਰੂ ਹੁੰਦੀ ਆ, ਤੇ ਸਾਰਾ ਕੁਝ ਜਿਹੜਾ ਆ ਉਹ ਤੁਰ ਪੈਂਦਾ ਆ। ਆਪਾਂ ਨੂੰ ਇੱਕ ਆਪਣਾ ਕੁਐਸਚਨ ਰਾਜਨ ਆਪਣੇ ਫੇਸਬੁੱਕ ਤੇ ਵੀ ਆਇਆ ਹੈਗਾ ਯਾਰ, ਗੁਰਜੀਤ ਸਿੰਘ ਬੁੱਟਰ ਹੁਣਾਂ ਵੱਲੋਂ, ਕਿ ਉਹਨਾਂ ਦੇ ਕੋਲ ਪ੍ਰਾਈਡ ਦਾ ਟਰੱਕ ਹੈਗਾ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ। ਸੋ ਮੇਰੇ ਖਿਆਲ ਦੇ ਵਿੱਚ ਬੁੱਟਰ ਸਾਹਿਬ, ਤੁਹਾਨੂੰ ਵੇਟ ਕਰਨੀ ਚਾਹੀਦੀ ਹੈ। ਕੈਨੇਡਾ ਤੋਂ ਇਹ ਮੈਸੇਜ ਹੈਗਾ, ਤੁਹਾਨੂੰ ਵੇਟ ਕਰਨੀ ਚਾਹੀਦੀ ਆ। ਵੇਟ ਕਰੋ ਕਿ ਤੁਹਾਨੂੰ ਜਿਹੜੀ ਕੰਪਨੀ ਨੇ ਤੁਹਾਡਾ ਐਸੈਟ ਬਾਏ ਕੀਤਾ ਆ, ਉਹ ਤੁਹਾਨੂੰ ਰੀਚ ਆਊਟ ਕਰੇ, ਤੁਹਾਡੇ ਨਾਲ ਗੱਲ ਕਰੇ, ਸੋ ਦੈਟ ਤੁਸੀਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜੀ ਆ ਉਹਨਾਂ ਨਾਲ ਨੈਗੋਸ਼ੀਏਟ ਕਰ ਸਕੋ। ਜੇ ਤੁਹਾਡਾ ਟਰੱਕ ਜਿਹੜਾ ਆ ਉਹ ਲੋਨ ਆ, ਲੀਜ਼ ਆ, ਰੈਂਟਲ ਆ, ਕੀ ਆ, ਇਹ ਤੁਸੀਂ ਪਹਿਲਾਂ ਆਪਣਾ ਜਿਹੜਾ ਦੇਖੋ, ਆਪਣਾ ਕੰਟਰੈਕਟ ਦੇਖੋ, ਉਸ ਤੋਂ ਬਾਅਦ ਜਿਹੜਾ ਆ ਵੇਟ ਕਰੋ ਕਿ ਉਹਨਾਂ ਦੀ ਕਾਲ ਦੀ ਜਾਂ ਮੈਸੇਜ ਜੀ। ਫਰੇਟਵੇਵਜ਼ ਨੇ ਇਸੇ ਸੰਬੰਧ ਦੇ ਵਿੱਚ ਲਿਖਿਆ ਵੀ ਕਹਿੰਦੇ ਵੀ ਇਹਨਾਂ ਦੀ ਕੰਪਨੀ ਬੰਦ ਹੋਣ ਦੇ ਨਾਲ ਫਰੇਟ ਰੇਟਸ ਤੇ ਡਰਾਈਵਰ ਮਾਰਕੀਟ ਦੇ ਉੱਤੇ ਅਸਰ ਪੈ ਸਕਦਾ ਆ। ਇਹ ਕਿੱਦਾਂ ਦੇ ਅਸਰ ਦੀ ਗੱਲ ਹੋਊਗੀ ਕਿ ਡਰਾਈਵਰਸ ਹੁਣ ਜ਼ਿਆਦਾ ਅਵੇਲੇਬਿਲਿਟੀ ਵੱਧ ਜੂਗੀ, ਫਰੇਟ ਰੇਟਸ ਵਧਣਗੇ ਘਟਣਗੇ? ਇਹ ਐਡੀ ਵੱਡੀ ਕੰਪਨੀ ਦੇ ਬੰਦ ਹੋਣ ਦੇ ਨਾਲ ਕੀ ਅਸਰ ਪੈਂਦਾ? ਦੇਖੋ, ਏਡੀ ਵੱਡੀ ਕੰਪਨੀ ਦੇ ਨਾਲ ਬੰਦ ਹੋਣ, ਸਪੈਸ਼ਲੀ ਕੈਨੇਡਾ ਤੇ ਬਹੁਤ ਅਸਰ ਪਊਗਾ। ਕੈਨੇਡਾ ਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਆ। ਕਾਫੀ ਉਹਨਾਂ ਦੀ ਸਟਰੋਂਗ ਉਧਰ ਹੋਲਡ ਸੀਗਾ, ਠੀਕ ਆ। ਯੂਐਸ ਦੀ ਮਾਰਕੀਟ ਕਾਫੀ ਜ਼ਿਆਦਾ ਵੱਡੀ ਹੈਗੀ ਆ ਡੈਫੀਨੇਟਲੀ। ਹੁਣ ਤੁਸੀਂ ਆਪਾਂ ਦੇਖੋ, ਯੈਲੋ ਤੇ ਬੰਦ ਹੋਈ ਸੀਗੀ, ਠੀਕ ਹੈ ਨਾ। ਯੈਲੋ ਨਾਲੋਂ ਤਾਂ ਵੱਡੀ ਕੰਪਨੀ ਨਹੀਂ ਨਾ ਕਿਸੇ ਹੱਥ। ਸਹੀ ਗੱਲ ਆ, ਸਹੀ। ਯੈਲੋ ਬੰਦ ਹੋਈ ਸੀਗੀ, ਤੇ ਬੰਦ ਹੋਣ ਨਾਲ ਆਪਾਂ ਦੇਖਿਆ ਵੀ ਕੀ ਕੁਛ ਹੋਇਆ ਹੈਗਾ, ਠੀਕ ਹੈ ਨਾ। ਇਹ ਜਿਹੜੀ ਚੀਜ਼ ਹੈਗੀ ਆ, ਇਹ ਇੱਕ ਸਪੈਕੂਲੇਸ਼ਨ ਹੈਗੀ ਆ ਕਿ ਹਾਂ ਇਹਦੇ ਬੰਦ ਹੋਣ ਨਾਲ ਕੀ ਹੋਣਾ ਆ, ਇਹਦੇ ਬੰਦ ਹੋਣ ਨਾਲ ਕਿੱਡਾ ਅਸਰ ਪੈਣਾ ਆ। ਹਾਂ, ਡੈਫੀਨੇਟਲੀ ਠੀਕ ਹੈ, ਜਿਹੜੀ ਯੂਜ਼ ਟਰੱਕ ਮਾਰਕੀਟ ਹੈਗੀ ਆ ਉਹ ਸੌਫਨ ਹੋ ਸਕਦੀ ਆ, ਕਿਉਂਕਿ ਬਹੁਤ ਜ਼ਿਆਦਾ ਟਰੱਕ ਜਿਹੜੇ ਇਨਵੈਂਟਰੀ 'ਚ ਖੜੇ ਆ। ਜੇ ਹੁਣ ਆਪਾਂ ਪ੍ਰਾਈਡ ਦੇ ਜਿਹੜੇ ਆ ਯਾਰਡ ਦੇਖੀਏ ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਟਰੱਕ ਹੈਗੇ ਆ। ਸੋ ਅਲਟੀਮੇਟਲੀ ਦੋਜ਼ ਟਰੱਕ ਆਰ ਗੋਇੰ ਟੂ ਕਮ ਆਊਟ, ਹੈ ਨਾ। ਉਹ ਟਰੱਕ ਬਾਹਰ ਮਾਰਕੀਟ 'ਚ ਆਉਣੇ, ਸੈੱਲ ਹੋਣੇ ਆ। ਉਸ ਕਿਸ ਭਾਅ ਤੇ ਸੈੱਲ ਹੁੰਦੇ ਆ, ਕਿ ਜਿਹਨੇ ਬਾਏ ਕੀਤੇ ਆ ਉਹਨੇ ਕਿਸ ਭਾਅ ਤੇ ਬਾਏ ਕੀਤੇ ਆ, ਕਿਸ ਤਰ੍ਹਾਂ ਉਹਨਾਂ ਨੇ ਸੈੱਲ ਕਰਨੇ ਆ, ਕਿਸ ਤਰ੍ਹਾਂ ਉਹਨਾਂ ਨੇ ਆਪਣੀ ਉਹ ਇਕੁਇਪਮੈਂਟ ਜਿਹੜੀ ਆ ਉਹ ਆਊਟ ਕਰਨੀ ਆ। ਸੋ ਉਹਦੇ ਸਾਰਿਆਂ ਉੱਤੇ ਡਿਪੈਂਡ ਕਰਦਾ, ਉਹਦੇ ਸਾਰਿਆਂ ਉੱਤੇ ਦੇਖ ਕੇ ਪਤਾ ਲੱਗਣਾ ਕਿ ਕਿਹੜੇ ਪਾਸੇ ਨੂੰ ਅਸਰ ਪੈਂਦਾ। ਜਾਂ ਡੈਫੀਨੇਟਲੀ ਯੂਜ਼ ਟਰੱਕ ਮਾਰਕੀਟ ਤੇ ਅਸਰ ਪਊਗਾ। ਡਰਾਈਵਰ ਮਾਰਕੀਟ ਤੇ ਕੀ ਅਸਰ ਪਊਗਾ, ਆਈ ਡੋਂਟ ਨੋ, ਬਿਕਾਜ਼ 1000-2000 ਟਰੱਕ ਵਾਲੀ ਕੰਪਨੀ ਜਿਹੜੀ ਆ ਉਹਦੇ ਜੇ ਬੰਦ ਹੋ ਜਾਣਾ, ਡਰਾਈਵਰ ਮਾਰਕੀਟ ਤੇ ਕਿੱਦਾਂ ਦਾ ਅਸਰ। ਹਾਂ, ਕੈਨੇਡੀਅਨ ਮਾਰਕੀਟ ਦੇ ਉੱਤੇ ਕੀ ਅਸਰ ਪੈਂਦਾ ਉਹ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਇਹਨਾਂ ਦਾ ਕੈਨੇਡਾ ਦੇ ਵਿੱਚ ਕਾਫੀ ਹੋਲਡ ਸੀ। ਜੀ ਜੀ ਬਿਲਕੁਲ, ਜੀ ਜੀ ਬਿਲਕੁਲ। ਸੋ ਹਾਂ, ਇਹ ਜਿੱਧਰ ਇੱਕ ਵੱਡੀ ਉਨੀ ਹੁੰਦੀ ਆ, ਉੱਦਾਂ ਹੀ 100 ਵਾਲੀਆਂ ਹੋਰ ਪਤਾ ਨਹੀਂ ਕਿੰਨੀਆਂ ਬੰਦ ਹੋਈ ਜਾਂਦੀਆਂ ਰਮਨ ਜੀ। ਸੋ ਇਹ ਜਿਹੜਾ ਸਲੌਟਰ ਆ, ਬਲੱਡ ਬਾਥ ਆ,
ਤੁਰਿਆ ਹੀ ਜਿਹੜਾ ਉਹ ਜਾ ਰਿਹਾ ਹੈਗਾ ਆ। ਜੀ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 46272 5200 ਸਟੂਡੀਓ ਦੇ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਸਵਾਲ ਪੁੱਛ ਸਕਦੇ ਹੋ। ਰਾਜਕਰਮਜੀਤ ਸਿੰਘ ਜੀ ਤੇ ਰਮਨ ਸਿੰਘ ਢਿੱਲੋਂ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਇੰਨਾ ਹੀ ਚਰਚਾਵਾਂ ਨੂੰ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮਨ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਣੇ ਨਾਲ ਕੁਝ ਕਾਲਰਸ ਜੁੜੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ ਜੇ ਤੁਸੀਂ ਕੋਈ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਚਾਰ ਸਾਂਝੇ ਕਰਨੇ ਆ। 408-272-52-100 ਦੇ ਉੱਤੇ। ਗੁਰਤੇਜ ਜੀ, ਹਾਂਜੀ ਸਤਿ ਸ਼੍ਰੀ ਅਕਾਲ ਗੁਰਤੇਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਨਫੋਰਮੇਸ਼ਨ ਦੇਣੀ ਸੀਗੀ। ਮੇਰੇ ਕੋਲ ਨਾ ਪ੍ਰਾਈਡ ਵਾਲਿਆਂ ਦੇ ਟਰੱਕ ਆ, ਮੈਂ ਲਿਆ ਸੀ ਇਹਨਾਂ ਤੋਂ। ਠੀਕ ਹੈ ਜੀ। ਤੇ ਇਹਨਾਂ ਨੇ ਜਦੋਂ ਆਪਣਾ ਬੈਂਕ ਦੇ ਫਾਈਲ ਕੀਤੀ, ਮੈਨੂੰ ਉਹਦੀ ਮੈਸ਼ੂਪੇ ਦੀ ਲੈਟਰ ਆ ਗਈ, ਈਮੇਲ ਆ ਗਈ, ਆਟੋਮੈਟਿਕਲੀ ਪੇਮੈਂਟ ਉਹਨਾਂ ਨੂੰ ਜਾਣ ਜਾ ਗਈ ਸੀਗੀ। ਮੈਂ ਉਹਨਾਂ ਨੂੰ ਕਾਲ ਵੀ ਕੀਤੀ, ਫਿਰ ਵੀ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ। ਉਹ ਆਂਦੇ ਨੇ ਯੂ ਆਰ ਸੇਫ। ਮੈਨੂੰ ਨੇ ਹੱਸ ਕੇ ਕਿਹਾ, ਉਹਨਾਂ ਨੇ ਆਂਦੇ ਯੂ ਆਰ ਸੇਫ। ਹੱਸ ਕੇ ਕਹਿੰਦੇ? ਹਾਂਜੀ। ਠੀਕ ਹੈ ਜੀ। ਤੇ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਲੋਨ ਬੈਂਕਾਂ ਦਾ ਹੈਗਾ, ਉਹ ਆਟੋਮੈਟਿਕਲੀ ਉਹਨਾਂ ਦਾ ਪੇਮੈਂਟ ਟ੍ਰਾਂਸਫਰ ਆਲਰੇਡੀ ਹੋ ਗਿਆ। ਹਾਂ, ਮੇਕ ਸ਼ੋਰ ਹੋ ਗਿਆ ਸੀ ਜਦੋਂ ਉਹਨਾਂ ਨੇ ਮੇਕ ਸ਼ੋਰ ਕਰ ਲਓ, ਪਰ ਫਿਰ ਵੀ ਸਾਰੇ ਜਾਣੇ। ਹਾਂਜੀ ਹਾਂਜੀ, ਮੇਕ ਸ਼ੋਰ। ਮੈਨੂੰ ਜਦੋਂ ਉਹਨਾਂ ਦੀ ਈਮੇਲ ਆਈ, ਤੁਹਾਡੇ ਟਰੱਕ ਦੀ ਡਬਲ ਵਿਨਿੰਗ ਤੇ ਨਹੀਂ ਸੀ? ਨਹੀਂ, ਜੈਸਾ ਉਹਨੂੰ ਤਾਂਹੀਓ ਪੁੱਛਿਆ ਨਾ ਵੀ ਮੇਰੇ ਤਾਂ ਕੋਈ ਡਬਲ ਲੋਨ ਤਾਂ ਨਹੀਂ। ਆਂਦੇ ਨਹੀਂ, ਤੇਰਾ ਕੋਈ ਨਹੀਂ ਹੈਗਾ। ਜੈਸਾ ਉਹਨੇ ਕਹੀ ਯੂ ਆਰ ਸੇਫ। ਠੀਕ ਆ, ਠੀਕ ਆ। ਹਾਂਜੀ, ਥੈਂਕ ਯੂ ਦੱਸਣ ਲਈ ਗੁਰਤੇਜ ਜੀ। ਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਉਹਦਾ ਰਾਜਕਰਨ, ਹਾਂਜੀ, ਇੱਕ ਇਹ ਵੀ ਗੱਲ ਹੈਗੀ ਆ, ਆਪਣੇ ਬੈਂਕ ਸਟੇਟਮੈਂਟ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਬੈਂਕ ਤੋਂ ਹੋਰ ਕੋਈ ਪੇਮੈਂਟ ਤਾਂ ਨਹੀਂ ਨਿਕਲ ਰਹੀ ਨਾਲ, ਕਿਉਂਕਿ ਤੁਸੀਂ ਆਥੋਰਾਈਜ਼ ਕੀਤੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਬਿਲਕੁਲ। ਨਾਲੇ ਜਿੱਦਾਂ ਹੁਣ ਇਹਨਾਂ ਨੇ ਤਾਂ ਕਹਿਤਾ ਕਿ ਮਿਤਸੂਬੀਸ਼ੀ ਨੂੰ ਵੀ ਪਤਾ ਹੋਊਗਾ ਵੀ ਉਸ ਟਰੱਕ ਦੇ ਉੱਤੇ 2 ਲੋਨ ਆ ਕਿ ਨਹੀਂ ਆ। ਐਬਸੋਲੂਟਲੀ। ਹੁਣ ਤਾਂ ਸਾਰੀ ਰਿਸਰਚ ਹੋ ਗਈ ਨਾ। ਹੁਣ ਤਾਂ ਸਭ ਕੁਝ ਸਾਹਮਣੇ ਆ। ਠੀਕ ਆ। ਹੁਣ ਤਾਂ ਤਦ ਰਿਸਰਚ ਤੋਂ ਬਾਅਦ ਹੀ ਤਾਂ ਇਹ ਜਿਹੜਾ ਆ ਇਹ ਚੀਜ਼ ਹੋਈ ਆ ਨਾ ਕਿ ਇਹ ਪਟਾਕਾ ਪਿਆ ਆ। ਹਾਂ, ਜਿਹੜਾ ਬੈਂਕਰਪਸੀ ਦਾ ਜਿਹੜਾ ਫਾਈਨਲ ਹੋਣਾ ਹੈ ਨਾ, ਉਹ ਇਸੇ ਕਰਕੇ ਹੋਇਆ ਕਿ ਉਹਨਾਂ ਨੂੰ ਹੁਣ ਸਾਰਾ ਇਨਵੈਸਟੀਗੇਸ਼ਨ 'ਚ ਸਭ ਕੁਝ ਨਿਕਲ ਆਇਆ ਬਾਹਰ। ਤੇ ਰਮਨ ਜੀ, ਉਹਨਾਂ ਦਾ ਕੀ ਬਣੂਗਾ? ਇੱਥੇ ਸਵਾਲ ਨਾਲ ਫਿਰ ਇਹ ਵੀ ਉੱਠ ਹੀ ਜਾਂਦਾ ਵੀ ਜਿਨ੍ਹਾਂ ਦੀ ਡਬਲ ਵਿਨਿੰਗ ਹੋਈ ਹੈ ਜਾਂ ਟ੍ਰਿਪਲ ਵਿਨਿੰਗ ਹੋਈ ਆ, ਉਹ ਕੀ ਕਰਨਗੇ ਫਿਰ ਉਹਨਾਂ ਦਾ? ਦੇਖੋ, ਜਿਨ੍ਹਾਂ ਦਾ ਉਹ ਤਾਂ ਹੁਣ ਬੈਂਕ ਹੀ ਦੇਖ ਸਕਦਾ ਨਾ ਕਿ ਬੈਂਕ ਆਪਸ ਚ ਕਿੱਦਾਂ ਸਮਝੌਤਾ ਕਰ ਰਹੇ। ਹਾਂਜੀ, ਉਹ ਕਿੱਦਾਂ ਉਹਨਾਂ ਨੇ ਸਮਝੌਤਾ ਕਰਨਾ ਹੈਗਾ, ਉਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਹੈਗਾ। ਸੋ ਉਹ ਤਾਂ ਹੁਣ ਟਾਈਮ ਹੀ ਦੱਸੇਗਾ। ਟਾਈਮ ਦੇ ਨਾਲ ਨਾਲ ਹੀ ਪਤਾ ਲੱਗੂਗਾ ਕਿ ਕੀ ਕਰਨਾ ਹੈਗਾ। ਕਿ ਜਿਹੜੀ ਆ ਡੈਫੀਨੇਟਲੀ, ਕਿਉਂਕਿ ਉਹ ਫਰਾਡ ਵਾਲੇ ਕੇਸਿਸ 'ਚ ਹੋ ਜਾਂਦਾ ਆ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਜ਼ ਆ, ਉਹਨਾਂ ਦੀ ਜਿਹੜੀਆਂ ਇਕਵਿਪਮੈਂਟ ਹੈਗੀ ਆ, ਉਹ ਵੇਚ ਕੇ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਾਫੀ ਪ੍ਰਾਪਰਟੀਜ਼ ਮੈਂ ਸੁਣਿਆ ਹੈਗਾ ਕਿ ਜਿਹੜੀਆਂ ਐਬਟਸਫੋਰਡ ਵਗੈਰਾ ਜਾਂ ਉੱਧਰ ਵੈਸਟਰਨ ਕੈਨੇਡਾ 'ਚ ਹੈਗੀਆਂ, ਉਹ ਵਿਕ ਚੁੱਕੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਉਹਨਾਂ ਦੀਆਂ ਆਲਮੋਸਟ 50 ਲੋਕੇਸ਼ਨਸ ਜਿਹੜੀਆਂ ਸੀਗੀਆਂ ਉਹ ਪਿਛਲੇ 4-5 ਸਾਲਾਂ ਦੇ ਵਿੱਚ ਉਹਨਾਂ ਨੇ ਕਰ ਲਈਆਂ ਸੀਗੀਆਂ। ਸੋ ਪ੍ਰਾਪਰਟੀਜ਼ ਜਿਹੜੀਆਂ ਹੈਗੀਆਂ ਉਹ ਵੇਚ ਕੇ ਫਿਰ ਬੈਂਕ ਜਿਹੜਾ ਆ ਉਹ ਡੈਫੀਨੇਟਲੀ ਉਹ ਲੋਨ ਲਾਉਂਦਾ ਹੈਗਾ। ਪਰ ਕਮਾਲ ਦੀ ਗੱਲ ਆ, ਦੇਖੋ ਵੀ ਅੱਧੇ ਐਸੈਟਸ ਦੇ ਉੱਤੇ ਡਬਲ ਜਿਹੜੀ ਆ ਉਹ ਚੀਜ਼ ਹੋਵੇ ਤਾਂ ਚਲੋ ਇਹ ਹੋਇਆ, ਤੇ ਪਰ ਇਵੈਂਚੁਅਲੀ ਫੜ ਵੀ ਹੋ ਗਏ। ਪ੍ਰਿਤਪਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਤਿੰਨੇ ਭਰਾਵਾਂ ਨੂੰ ਤੇ ਰੇਡੀਓ ਪੰਜਾਬੀ ਰੇਡੀਓ ਦੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਮੇਰਾ ਚਲੋ ਆਨਸਰ ਤਾਂ ਜਿਹੜੇ ਤੁਹਾਡੇ ਪਹਿਲਾਂ ਵਾਲੇ ਆਏ ਸੀ ਹੁਣ ਸਰੋਤਾ ਉਹਨਾਂ ਨੇ ਦੇ ਹੀ ਦਿੱਤਾ। ਮੈਂ ਉਹੀ ਪੁੱਛਣਾ ਸੀਗਾ ਆਪਣਾ ਬਈ ਜਿਨ੍ਹਾਂ ਨੇ ਲਏ ਵੇ ਹੈਗੇ ਟਰੱਕ ਮਤਲਬ ਪ੍ਰਾਈਡ ਵਾਲਿਆਂ ਤੋਂ, ਉਹਨਾਂ ਦਾ ਕੀ ਬਣੂਗਾ? ਪਰ ਚਲੋ ਜਿਹੜੇ ਪਹਿਲਾਂ ਵੀਰ ਜੀ ਆਏ ਸੀ ਉਹਨਾਂ ਨੇ ਦੱਸ ਦਿੱਤਾ ਸਾਨੂੰ। ਤੇ ਇੱਕ ਵੀਰੇ ਮੈਂ ਇਹ ਪੁੱਛਣਾ ਸੀਗਾ, ਚਲੋ ਹੁਣ ਕਾਲ ਲੱਗੀ ਹੈ, ਮੈਂ ਨਾਲ ਲੱਗਦਾ ਪੁੱਛ ਲਓ। ਪਹਿਲੀ ਗੱਲ ਤਾਂ ਪ੍ਰਵੀਨ ਜੀ ਦਾ ਸਵਾਗਤ ਜੀ। US ਆ ਗਏ ਇਹ, ਪਹਿਲਾਂ ਅਸੀਂ ਇੰਡੀਆ ਤੋਂ ਵੀ ਸੁਣਦੇ ਹੁੰਦੇ ਸੀ ਇਹਨਾਂ ਨੂੰ ਬਹੁਤ। ਹੁਣ ਤਾਂ ਆਇਆ ਨੂੰ ਵੀ 2 ਸਾਲ ਹੋ ਗਏ। ਹਾਂ ਨਹੀਂ, ਮੈਂ ਹਾਂਜੀ ਆਇਆ ਨੂੰ ਬਹੁਤ ਚਿਰ ਹੋ ਗਿਆ। ਹਾਂਜੀ, ਪਰ ਮੈਂ ਫੋਨ ਨਹੀਂ ਲਾਇਆ ਸੀ। ਕੋਈ ਗੱਲ ਨਹੀਂ, ਧੰਨਵਾਦ। ਇੱਕ ਵੀਰੇ ਮੈਂ ਇਹ ਪੁੱਛਣਾ ਸੀਗਾ, ਜਿਹੜਾ ਕੱਲ ਪ੍ਰਵੀਨ ਜੀ ਜਿਵੇਂ ਮਿੰਟੂ ਗੁਰਸਰੀਆ ਨਾਲ ਪ੍ਰੋਗਰਾਮ ਕਰਦੇ ਹੁੰਦੇ, ਉਹ ਤਾਂ ਰਾਤ ਦੇ 2:30 ਵਜੇ ਹੁੰਦੇ ਆ ਇੰਡੀਆ 'ਚ, ਉਹ ਮਤਲਬ ਰਾਤ ਨੂੰ ਕਰਦੇ ਲਾਈਵ ਹੁੰਦਾ ਪ੍ਰੋਗਰਾਮ ਕੀ? ਹਾਂਜੀ ਬਿਲਕੁਲ ਜੀ, 28 ਦਾ ਆ। ਨੌਕਰੀ ਕੀ ਤੇ ਨਖਰਾ ਕੀ। ਓ ਬੱਲੇ ਜੀ, ਹਾਂਜੀ ਬਿਲਕੁਲ ਜੀ। ਠੀਕ ਹੈ ਜੀ, ਥੈਂਕ ਯੂ ਜੀ। ਚਲੋ ਠੀਕ ਹੈ ਜੀ, ਧੰਨਵਾਦ ਜੀ ਬਾਈ ਜੀ। ਓਕੇ ਜੀ। ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਵਿਸ਼ਾ ਚੱਲ ਰਿਹਾ ਜੀ ਦੋ ਤੁਹਾਡੇ ਤੇ ਦੋਨੋਂ ਚਿੰਤਾ ਵਾਲੇ ਵਿਸ਼ੇ ਨੇ। ਪਹਿਲੀ ਗੱਲ ਤਾਂ ਇਹ ਆ ਜੀ ਵੀ ਜਿਹੜਾ ਪ੍ਰਾਈਡ ਵਾਲਿਆਂ ਦਾ ਸੀ ਉਹ ਹਾਲਾਤ ਲੈਣ ਤੋਂ ਪਹਿਲਾਂ ਹੀ ਸੂਝਵਾਨ ਵੀਰਾਂ ਨੂੰ ਤੇ ਪਤਾ ਸੀ। ਆਪਾਂ ਵੀ ਇਸ ਵਿਸ਼ੇ ਤੇ ਕਈ ਵਾਰ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ 2.5 ਲੱਖ ਤੋਂ ਵੀ 3 ਲੱਖ ਤੱਕ ਵੀ ਟਰੱਕ ਖਰੀਦੇ ਜਾ ਰਹੇ ਆ। ਉਹ ਕਿੱਥੋਂ ਪੇਮੈਂਟਾਂ ਮੁੜਨੀਆਂ ਨੇ ਤੇ ਉਹ ਇੱਕ ਨੇ ਬੈਂਕ ਰਾਪੀਆਂ ਹੋਣੀਆਂ ਸੀ ਹਨਾ, ਵੱਡੇ ਲੈਵਲ ਤੇ ਵੀ ਛੋਟੇ ਤੇ ਵੀ ਹੋਣੀਆਂ ਸੀ ਜੀ। ਤੋ ਇਹਦੇ ਤੇ ਆਪਾਂ ਅੱਗੇ ਵੀ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਵੀਰੋ ਆਪਣੇ ਹਿਸਾਬ ਕਿਤਾਬ ਦੇਖ ਲਓ। ਜਿਵੇਂ ਹੁਣ ਤੁਸੀਂ ਮੈਂ ਜਿਹੜੇ ਵਿਸ਼ੇ ਤੇ ਗੱਲ ਰੱਖਣੀ ਆ ਵੀ ਤੁਸੀਂ ਗੱਲ ਚੱਲਦਿਆਂ ਕਿਹਾ ਵੀ ਸ਼ਾਇਦ 20,000 ਟਰੱਕ ਆ ਜਾਂ ਇਕਾਨਮੀ ਬੈਕ ਹੋ ਜੂ। ਰਮਨ ਭਾਜੀ ਵੀ ਥੋੜਾ ਜਿਹਾ ਆਪਣੇ ਅੰਦਾਜ਼ੇ ਲਾਉਂਦੇ ਆ, ਪਰ ਮੇਰਾ ਹਲੇ ਅੰਦਾਜ਼ਾ ਮੰਨਣਾ ਇਹ ਆ ਵੀ ਹਲੇ ਟਰੱਕਿੰਗ ਇਦੋਂ ਮਾੜੀ ਜਾਣੀ ਹੈ। ਅੱਛਾ, ਠੀਕ ਹੈ, ਤੁਹਾਨੂੰ ਲੱਗਦਾ? ਕਿਉਂਕਿ ਹਾਂ ਇਹ ਮੈਨੂੰ ਲੱਗਦਾ ਨਹੀਂ, ਮੈਨੂੰ ਪੂਰੀ ਗਟ ਫੀਲਿੰਗ ਆ ਕਿਉਂਕਿ ਜਿੰਨਾ ਕੁ ਮੈਂ ਪਿੱਛੋਂ ਦੇਖਦਾ ਆ ਰਿਹਾ ਸੀ ਮੇਰੇ ਭਾਈਚਾਰੇ 'ਚ ਮੈਂ ਗੱਲਾਂ ਬਾਤਾਂ ਕਰਦਾ ਸੀ ਉਹ ਹਾਲਾਤ ਬਣੇ ਹੋਏ ਨੇ। ਮੇਰੇ ਵਾਕਵੀਤ ਵਾਲੇ ਬੰਦਿਆਂ ਦੇ ਕੋਲੇ ਮੇਰੀ ਤਕਰੀਬਨ 5, 7, 8 ਬੰਦਿਆਂ ਦੀ ਅਪਡੇਟ ਆ ਵੀ ਕ੍ਰੈਡਿਟ ਕਾਰਡ ਸਿਰੇ ਚੜੇ ਪਏ ਨੇ, ਹੋਰ ਕਈ ਚੀਜ਼ਾਂ ਸਿਰੇ ਗਈਆਂ ਪਈਆਂ ਨੇ, ਮਤਲਬ ਸਿਰੇ ਤੇ ਨੇ ਪੇਮੈਂਟਾਂ ਘਰਾਂ ਦੀਆਂ, ਸਿਰੇ ਤੇ ਨੇ ਪੇਮੈਂਟਾਂ ਟਰੱਕਾਂ ਦੀਆਂ। ਉਹ ਇਸੇ ਚੀਜ਼ 'ਚ ਕੋਸ਼ਿਸ਼ ਕਰ ਰਿਹਾ ਸਰਵਾਈਵ ਕਰਨ ਦੀ ਵੀ ਸ਼ਾਇਦ ਚੰਗਾ ਟਾਈਮ ਆ ਜਾਵੇ ਹਨਾ। ਸੋ ਮੈਂ ਕਿਸੇ ਨੂੰ ਡਰਾਉਂਦਾ ਨਹੀਂ, ਜਿਵੇਂ ਆਲਵੇਜ਼ ਤੁਹਾਨੂੰ ਇਹ ਬਲੇਮ ਕਰ ਦਿੰਦੇ ਆ ਵੀ ਯੂਐਸ ਰੇਡੀਓ ਵਾਲੇ ਡਰਾਉਂਦੇ ਬਹੁਤ ਆ। ਡਰਾਉਣੇ ਤੇ ਅੱਜ ਤਾਂ ਤੁਸੀਂ ਡਰਾਉਂਦੇ ਅੱਜ ਤੁਸੀਂ ਬੀੜਾ ਚੁੱਕਿਆ ਹੋਇਆ ਹੈ। ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਭਾਈ ਫਿਗਰ ਆਊਟ ਕਰ ਲਓ ਇਹ ਹਾਲਾਤ ਹਲੇ ਨਾਜ਼ੁਕ ਰਹਿਣੇ ਆ। ਮੇਰੇ ਮੁਤਾਬਕ 2026 ਤੋਂ ਬੈਕਅਪ ਹੋਣਾ ਸ਼ੁਰੂ ਹੋਣਾ ਵਾਪਸੀ 2025 ਮੈਂ ਖੁਦ ਟਰੱਕ ਵੇਚਤੇ ਜੀ 3 ਟ੍ਰੇਲਰ ਮੇਰੇ ਵਾਲੇ ਡੀਲ ਸੀਲ ਹੋ ਗਈ ਆ ਹਨਾ, ਚੱਲ ਰਿਹਾ ਕੰਮ। ਟਰੱਕਿੰਗ ਚੋਂ ਆਊਟ ਹੋ ਗਏ ਫਿਰ? ਨਹੀਂ ਮੈਂ ਟਰੱਕਿੰਗ ਬਹੁਤ ਘਟਾਤੀ ਆ, ਮੈਂ ਨਾਲ ਹੋਰ ਬਿਜ਼ਨਸ 'ਚ ਆ ਗਿਆ ਵਾ। ਪਰ ਕਹਿਣ ਤੋਂ ਭਾਵ ਇਹ ਆ ਵੀ ਮੈਂ ਕਦੇ ਲੋਕਾਂ ਨੂੰ ਦਿਖਾਉਣ ਲਈ ਟਰੱਕ ਵਧਾਉਂਦਾ ਨਹੀਂ ਤੇ ਆਪਣੀ ਮਤਲਬ ਕੋਸ਼ਿਸ਼ ਨਹੀਂ। ਇਹ ਤਾਂ ਰਮਨ ਜੀ ਨੇ ਕਿੰਨੀ ਵਾਰੀ ਦੱਸਿਆ ਸੀ ਜਗਰੂਪ ਸੀ ਵੀ ਸਿਆਣਪ ਉਸੇ ਚ ਹੀ ਆ, ਬਿਜ਼ਨਸ ਉਸੇ ਤਰੀਕੇ ਨਾਲ ਰਨ ਹੁੰਦਾ ਵੀ ਤੁਸੀਂ ਡਾਊਨ ਸਾਈਜ਼ ਕਦੋਂ ਕਿਹੜੇ ਟਾਈਮ ਦੇ ਉੱਤੇ ਕਰ ਸਕਦੇ ਆ। ਮੈਂ ਕਹਿੰਦਾ ਜੀ ਇਸੇ ਕਰਕੇ ਤੁਹਾਨੂੰ ਸੁਣਨ ਬੈਠੀ ਦਾ ਵੀ ਚਲੋ ਕੁਝ ਸਰੋਤੇ ਜਾਂ ਰਮਨ ਭਾਜੀ ਜਾਂ ਤੁਸੀਂ ਬੈਠ ਕੇ ਆਪਾਂ ਇਕਨੋਮੀ ਦੀਆਂ ਵਿਚਾਰਾਂ ਜਿਹੜਾ ਤੁਹਾਡਾ ਇਕਨੋਮੀ ਦੇ ਰਿਲੇਟਡ ਵੀ ਪ੍ਰੋਗਰਾਮ ਆਉਂਦਾ ਇਹ ਸੁਣ ਕੇ ਸਮਝਣਾ ਇਹੀ ਹੁੰਦਾ ਵੀ ਹਾਲਾਤ ਕਿੱਧਰ ਨੂੰ ਜਾਣੇ ਨੇ। ਥੋੜਾ ਜਿਹਾ ਫਿਰ ਆਪਦੇ ਆਪ ਤੇ ਵਿਸ਼ਵਾਸ ਬਣ ਜਾਂਦਾ ਵੀ ਜਿੰਨਾ ਕੁ ਮੈਂ ਸੋਚਦਾ ਉਨਾ ਕੁ ਵੀਰ ਮੂਹਰਲੇ ਸੋਚਦੇ ਆ ਕੁਛ, ਕਿਉਂਕਿ ਇੱਧਰੋਂ ਉੱਧਰੋਂ ਐਸੀ ਜਗ੍ਹਾ ਤੇ ਅੰਦਾਜ਼ੇ ਲੱਗਦੇ ਹੁੰਦੇ ਆ ਹਨਾ। ਤੇ ਸੋ ਮੈਂ ਤਾਂ ਹਲੇ ਇਹੀ ਕਹਿਣਾ ਜੀ ਵੀ ਬਾਕੀ ਆਪੋ ਆਪਣਾ ਜ਼ਰੂਰ ਚੈੱਕ ਕਰ ਲਓ ਜਿਹਦੇ ਹਾਲਾਤ ਜਿੱਦਾਂ ਦੇ ਨੇ ਵੀ ਸਮਾਂ ਹਲੇ ਸਟਿਲ ਮਾੜਾ ਰਹਿਣਾ 2025 ਵੀ। ਬਾਕੀ ਤੁਹਾਡੀ ਆਪਣੀ ਖੁਸ਼ੀ ਆ ਕਿੱਦਾਂ ਤੁਸੀਂ ਦੇਣਾ ਜੀ। ਧੰਨਵਾਦ। ਥੈਂਕ ਯੂ ਜਗਰੂਪ ਜੀ। ਓਕੇ ਜੀ ਡੈਫੀਨੇਟਲੀ ਥੈਂਕ ਯੂ ਜਗਰੂਪ ਭਾਜੀ। ਆਪਾਂ ਸਿਰਫ ਥੋੜਾ ਜਿਹਾ ਹੌਸਲਾ ਦੇਣ ਨੂੰ ਅਸੀਂ ਇਹ ਚੀਜ਼ ਜਿਹੜੀ ਕਰਦੇ ਆ ਪਤਾ ਤੇ ਸਾਨੂੰ ਵੀ ਆ ਕਿਉਂਕਿ ਹੁਣ ਅੱਗੇ ਸਲੋ ਟਾਈਮ ਆ ਜਾਣਾ ਆ ਜਾਣੀ ਆ। ਥੋੜਾ ਜਿਹਾ ਜਿਹੜਾ ਹੁਣ ਆਸ ਹੈਗੀ ਆ ਜਿਹੜੀ ਉਹ ਹੈਗੀ ਆ ਹੌਲੀਡੇ ਰਸ਼ ਦੇ ਉੱਤੇ। ਤੇ ਹੌਲੀਡੇ ਰਸ਼ ਜਿਹੜਾ ਆ ਉਹ ਕੋਸ਼ਿਸ਼ ਤੇ ਇਹ ਹੈਗੀ ਆ ਵੀ ਜਦੋਂ ਕਿਤੇ ਆਪਣਾ ਇੰਟਰਸਟ ਰੇਟ ਅਗਲੇ ਮਹੀਨੇ ਦੇਖੋ ਕਿੰਨਾ ਕੁ ਥੱਲੇ ਜਾਂਦਾ ਹੈਗਾ, ਮੋਸਟਲੀ 1/4% ਦੇ ਹਿਸਾਬ ਨਾਲ ਜਾਊਗਾ। ਤੇ ਜੇ ਉਹ 1/4% ਦੇ ਹਿਸਾਬ ਨਾਲ ਜਾਂਦਾ ਆ ਤਾਂ ਫਿਰ ਦੇਖਦੇ ਆ ਵੀ ਉਹਦੇ ਵਿੱਚ ਕਿੰਨਾ ਕੁ ਜਿਹੜਾ ਆ ਅਸਰ ਪੈਂਦਾ ਹੈ। ਇਕਨੋਮੀ ਵੀ ਤਾਂ ਨੂੰ ਜਾਂਦੀ ਹੈ ਕਿ ਨਹੀਂ। ਦੇਖੋ ਦੋ ਖਬਰਾਂ ਨੇ ਇਸ ਟਾਈਮ ਜਿਹੜੀਆਂ ਨਾਲ ਨੇ, ਇਸ ਦੇ ਪੈਰਲ ਨੇ, ਜਿਨ੍ਹਾਂ ਦੇ ਉੱਤੇ ਸਭ ਨੂੰ ਵਿਚਾਰਨਾ ਚਾਹੀਦਾ। ਬੀਤੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਖਬਰ ਸੀ ਜਿੱਥੇ ਸੀਗਾ ਵੀ ਅਮਰੀਕੀ ਲੋਕਾਂ ਨੇ ਹੱਥ ਖੜੇ ਕਰਤੇ ਅਸੀਂ ਮਹਿੰਗੀਆਂ ਚੀਜ਼ਾਂ ਨਹੀਂ ਖਰੀਦਣੀਆਂ, ਲੋਕਾਂ ਦੀ ਹੋ ਗਈ ਬੱਸ। ਅੱਜ ਨਿਊਜ਼ ਵੀਕ ਦਾ ਆਰਟੀਕਲ ਆ ਕਹਿੰਦੇ ਵੀ ਆਹ 2 ਘੰਟਿਆਂ ਕੋ ਵੱਜ ਰਹੇ ਆ ਖਤਰੇ ਦੇ ਵੀ ਜਿਹੜੇ ਰਿਸੈਸ਼ਨ ਜਿਹੜਾ ਉਹ ਦਿਖਾ ਰਿਹਾ। ਇਹ ਮੈਂ ਨਹੀਂ ਕਹਿ ਰਿਹਾ, ਪ੍ਰਵੀਨ ਜੀ ਨਹੀਂ ਕਹਿ ਰਹੇ, ਰਮਨ ਨਹੀਂ ਕਹਿ ਰਹੇ, ਭਾਜੀ ਨਹੀਂ ਕਹਿ ਰਹੇ। ਇਹ ਜਿਹੜੇ ਆਰਟੀਕਲ ਲਿਖਣ ਵਾਲੇ ਇਕਨੋਮਿਸਟ ਆ ਤੇ ਇਹ ਆંકੜੇ ਦੱਸ ਰਹੇ ਆ। ਇਹਦੇ ਵਿੱਚ ਅਸੀਂ ਕੋਈ ਹੇਰ ਫੇਰ ਨਹੀਂ ਕਰ ਸਕਦੇ। ਬਿਲਕੁਲ। ਇਕਨੋਮੀ ਦੇ ਬਾਰੇ ਮਾਫ ਕਰਨਾ ਮੈਂ ਤੁਹਾਡੀ ਗੱਲ ਟੋਕ ਦਿੱਤੀ। ਨਹੀਂ ਕੋਈ ਇਕਨੋਮੀ ਦੇ ਬਾਰੇ ਇੱਕ ਟਰਮ ਹੋਰ ਵੀ ਹੈ ਕਿ ਜਦੋਂ ਤੁਹਾਡੇ ਲੋਕਾਂ ਦੀ ਪਰਚੇਸਿੰਗ ਪਾਵਰ ਘਟਦੀ ਹੈ ਬਿਲਕੁਲ ਤਾਂ ਉਦੋਂ ਇਕਨੋਮੀ ਸਮਝ ਲਓ ਢਲਾਣ ਤੇ। ਇਹ ਰਮਨ ਜੀ ਆਬਵੀਅਸਲੀ ਇਹ ਜਿਹੜੇ ਹੁਣ ਹੌਲੀਡੇ ਸੀਜ਼ਨ ਦੀ ਵੀ ਤੁਸੀਂ ਗੱਲ ਕੀਤੀ ਇੱਥੇ ਮੇਰੇ ਧਿਆਨ 'ਚ ਆਇਆ ਵੀ ਹੁਣ ਜਦੋਂ ਲੋਕਾਂ ਨੇ ਚੀਜ਼ਾਂ ਖਰੀਦਣੀਆਂ ਘਟਾ ਦੇਣੀਆਂ ਤੇ ਅਸਰ ਉੱਥੇ ਵੀ ਸਪਲਾਈ ਡਿਮਾਂਡ ਦਾ ਪੈ ਸਕਦਾ। ਨਹੀਂ ਬਿਲਕੁਲ ਰਾਜਕਰਨ, ਇਹ ਚੀਜ਼ ਤਾਂ ਇਹੋ ਹੀ ਹੁੰਦੀ ਹੈ ਨਾ। ਜਦੋਂ ਦੇਖੋ ਜਦੋਂ ਇਹ ਖਬਰ ਆਉਂਦੀ ਆ ਕਿ ਲੋਕਾਂ ਦੀ ਬਾਇੰਗ ਪਾਵਰ ਘਟ ਗਈ। ਹੁਣ ਬਾਇੰਗ ਪਾਵਰ ਕਦੋਂ ਘਟਦੀ ਆ? ਬਾਇੰਗ ਪਾਵਰ ਉਦੋਂ ਘਟਦੀ ਆ ਜਦ ਤੁਹਾਡਾ ਇੰਟਰਸਟ ਰੇਟ ਹਾਈ ਚਲਾ ਜਾਂਦਾ। ਤੁਹਾਡਾ ਜਿਹੜੀ ਆ ਹੁਣ ਇੱਕ ਘਰ ਜਿਹੜਾ 5 ਲੱਖ ਦਾ ਸੀਗਾ ਉਹ 4% ਤੇ ਇੱਕ ਬੰਦਾ 70,000 ਦੀ ਇਨਕਮ ਨਾਲ ਬਾਏ ਕਰ ਸਕਦਾ ਸੀਗਾ। ਹੁਣ ਉਹੀ ਇੰਟਰਸਟ ਰੇਟ ਜਦੋਂ 6 ਜਾਂ 7% ਚਲਾ ਗਿਆ ਤੇ ਉਹੀ 5 ਲੱਖ ਦਾ ਘਰ ਜਿਹੜਾ ਆ ਉਹਨੂੰ ਹੁਣ 1.25 ਲੱਖ ਦੀ ਇਨਕਮ ਚਾਹੀਦੀ ਆ। ਉਹ ਘਰ ਅਫੋਰਡੇਬਲ ਹੀ ਨਹੀਂ।
ਹਾਂ, ਸੋ ਉਹ ਬੰਦਾ ਹੁਣ ਜਿੰਨੀ ਉਹਦੀ 70,000 ਦੀ ਇਨਕਮ ਹੈ ਉਹਦੇ ਹਿਸਾਬ ਨਾਲ ਉਹ 3.5 ਲੱਖ ਦਾ ਘਰ ਬਾਏ ਕਰਨ ਦੇ ਅਪਰੂਵ ਹੁੰਦਾ। ਸੋ ਬੇਸਿਕਲੀ ਕੀ ਆ ਕਿ ਉਹਦੀ 5 ਲੱਖ ਵਾਲੇ ਘਰ ਦੀ ਬਾਇੰਗ ਪਾਵਰ ਘਟ ਗਈ, ਉਹਦੀ 3.5 ਲੱਖ ਦੀ ਬਾਇੰਗ ਪਾਵਰ ਘਟ ਗਈ। ਇਦਾਂ ਹੀ ਹਰ ਇੱਕ ਕਮੋਡਿਟੀ ਦੇ ਉੱਤੇ ਬਾਇੰਗ ਪਾਵਰ ਹੋ ਜਾਂਦੀ ਆ ਕਿ ਬੰਦੇ ਨੂੰ ਜੇ ਉਹਦੀ ਹੁਣ ਜੇ ਕਿਸੇ ਦੀ ਮੌਰਗੇਜ ਹੈਗੀ ਆ ਉਹ ਵੱਧ ਗਈ ਆ, ਜਾਂ ਜਿਹੜਾ ਹੋਰ ਬੈਂਕ ਦੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਇੰਟਰਸਟ ਰੇਟ ਵੱਧ ਗਿਆ ਆ, ਉਹਦੇ ਹਿਸਾਬ ਨਾਲ ਉਹਨਾਂ ਦੀਆਂ ਪੇਮੈਂਟਾਂ ਵੱਧ ਗਈਆਂ, ਤੇ ਹੁਣ ਉਹਨਾਂ ਦੀ ਜੇਬ ਦੇ ਵਿੱਚ ਜਿਹੜਾ ਸਪੈਂਡੇਬਲ ਮਨੀ ਹੈਗੀ ਆ, ਜਿਹੜੀ ਐਵਰੀ ਮੰਥ ਉਹਨਾਂ ਨੇ ਸਪੈਂਡ ਕਰਨੀ ਆ, ਚਾਹੇ ਉਹ ਗਰੋਸਰੀਜ਼ ਆ, ਚਾਹੇ ਉਹ ਕੋਈ ਘਰ ਦੀ ਉਹਨਾਂ ਨੇ ਬੈਕਯਾਰਡ ਦੀ ਆਈਟਮ ਖਰੀਦਣੀ ਆ, ਜਾਂ ਕੋਈ ਟੇਬਲ ਕੁਰਸੀਆਂ ਲੈਣੇ ਆ, ਕੋਈ ਸੋਫਾ ਲੈਣਾ, ਉਹਦੀ ਉਹ ਬਾਇੰਗ ਪਾਵਰ ਘਟ ਗਈ, ਉਹਦੇ ਕੋਲ ਉਹ ਪੈਸੇ ਜਿਹੜੇ ਆ ਖਰਚਣ ਵਾਸਤੇ ਉਹ ਘਟ ਗਏ। ਸੋ ਬੇਸਿਕਲੀ ਇਹ ਸਿੰਪਲ ਫੰਡਾ ਆ। ਸੋ ਇਹ ਇੱਕ ਇਹ ਵੀ ਚੀਜ਼ ਹੈਗੀ ਆ ਕਿ ਲੋਕੀ ਡਰੇ ਹੋਏ ਆ, ਠੀਕ ਹੈ ਨਾ, ਸੋ ਇਸ ਕਰਕੇ ਲੋਕੀ ਸਪੈਂਡ ਕਰਨੋਂ ਝੱਕਦੇ ਆ ਜੀ। ਕਾਰਨ ਇਹੀ ਹੈ। ਅਗਲੇ ਕਾਲਰ ਨੇ ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਮਤਲਬ ਥੋੜਾ ਜਿਹਾ ਪਹਿਲਾਂ ਨਾ ਆਪਣੇ ਇੱਕ ਭਾਈ ਸਾਹਿਬ ਆਏ ਸੀ, ਹੁਣੇ ਕਾਲ ਕਰਕੇ ਗਏ ਆ, ਆਈ ਥਿੰਕ ਉਹ ਸਾਰਾ ਕੁਝ ਐਕਸਪਲੇਨ ਕਰ ਗਏ ਹੈਗੇ। ਤੇ ਮੇਰਾ ਕਹਿਣ ਦਾ ਕਾਲ ਕਰਨ ਦਾ ਮਕਸਦ ਇਹੀ ਆ ਕਿ ਆਪਣਾ ਜਿੰਨੇ ਵੀ ਟਰੱਕਰ ਭਰਾ ਹੈਗੇ ਨਾ ਸਾਰੇ ਸੰਭਲ ਕੇ ਚੱਲਣ ਤੇ ਸੋਚ ਸਮਝ ਕੇ ਚੱਲਣ, ਕਿਉਂਕਿ ਲੋਡ ਵਗੈਰਾ ਬੁੱਕ ਕਰਦੇ ਸਹੀ ਤਰੀਕੇ ਨਾਲ, ਐਵੇਂ ਕਾਹਲੀ ਨਾ ਕਰੋ। ਬਸ ਨਾ ਕਾਹਲੀ ਸਾਨੂੰ ਮਾਰਦੀ ਆ, ਹੋਰ ਕੋਈ ਚੀਜ਼ ਮਾਰਦੀ। ਅਸੀਂ ਕਿਹਾ ਵੀ ਪਤਾ ਨਹੀਂ ਅੱਜ ਜਿਹੜਾ ਕੰਮ ਕਰਨਾ ਹੈਗਾ ਉਹਨੂੰ ਪਹਿਲਾਂ 4 ਦਿਨ ਪਹਿਲਾਂ ਹੀ ਕਰਨ ਦੀ ਸਾਡੀ ਆਦਤ ਹੈਗੀ ਆ ਵੀ ਨਵੇੜਦੀ ਹੈ ਨਾ। ਰੇਟਸ ਵਗੈਰਾ ਲੈ ਕੇ ਚੱਲੋ, ਇਹੀ ਆ। ਕਿਉਂਕਿ ਜਿੱਦਾਂ ਹੁਣ ਭਾਈ ਸਾਹਿਬ ਕਹਿ ਕੇ ਵੀ ਇਕੋਨਮੀ ਦੀ ਕੋਈ ਐਕਸਪੈਕਟੇਸ਼ਨ ਹੈ ਨਹੀਂ ਵੀ ਤਾਂ ਕਿ ਤਾਂ ਜਾਣੀਆਂ ਥੱਲੇ ਜਾਣੀ, ਕਿਉਂਕਿ ਹੁਣ ਆ ਰਹੇ ਇਲੈਕਸ਼ਨ ਆ ਰਹੇ ਆ। ਸੋ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਪਤਾ ਹੈਗਾ ਜਦੋਂ ਇੰਡੀਆ ਵਾਂਗ ਵੋਟਾਂ ਜਿਹੜੇ ਲੱਗ ਆਉਂਦੀਆਂ ਹੁੰਦੀਆਂ ਨਾ, ਸਾਰੇ ਫਿਰ ਸਿਸਟਮ ਨੂੰ ਸਾਰਾ ਸਹੀ ਕਰ ਲੈਂਦੇ ਆ ਵੀ ਹਾਂ ਵੀ ਐਕਸਪੈਕਟੇਸ਼ਨ ਇਹ ਲੱਗਣ ਲੱਗ ਪੈਂਦੀ ਆ ਵੀ ਹਾਂ ਵੀ ਇਕੋਨਮੀ ਵਗੈਰਾ ਸਹੀ ਹੋ ਜਾਣੀ ਆ। ਪਰ ਇਸ ਚੀਜ਼ ਦੇ ਉੱਪਰ ਭਰੋਸਾ ਨਾ ਕਰੋ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਸ ਮਤਲਬ ਇਹਦੀ ਪ੍ਰੋਬੇਬਿਲਿਟੀ ਹੁੰਦੀ ਆ ਇਹਦੇ ਵਿੱਚ, ਕਹਿ ਲਓ ਵੀ ਤੁਸੀਂ ਇਹ ਤਾਂ ਵੀ ਜਾ ਸਕਦੀ, ਥੱਲੇ ਵੀ ਜਾ ਸਕਦੀ ਆ, ਪਰ ਆਪਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਆ। ਕਾਹਲੀ ਨਾ ਕਰੋ। ਰਵੀ ਜੀ, ਕਿਸੇ ਤੋਂ ਕੋਈ ਲਿਖਿਆ ਛਿਪਿਆ ਥੋੜੀ ਆ ਵੀ ਕੀ ਹਾਲਾਤ ਚੱਲ ਰਹੇ ਆ, ਮਤਲਬ ਕਿੰਨੀ ਕੁੱਤੇ ਨੂੰ ਅਚਾਨਕ ਛਾਲ ਮਾਰ ਜਾਣੀ ਆ। ਹਾਂਜੀ, ਉਹੀ ਨਾ। ਤਾਂ ਫਿਰ ਕਿਉਂਕਿ ਇਲੈਕਸ਼ਨ ਆਉਣੀ ਆ, ਉਹਦੇ ਹਿਸਾਬ ਨਾਲ ਉਹਨਾਂ ਨੂੰ ਸਾਰਾ ਮੇਕਅਪ ਕਰਨਾ ਆ ਵੀ ਤਾਂ ਕਿ ਸਾਨੂੰ ਲੋਕਾਂ ਨੂੰ ਲੱਗੇ ਵੀ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਆ। ਇਸ ਕਰਕੇ ਆਪਣੇ ਭਰਾ ਜਿੰਨੇ ਵੀ ਹੈਗੇ ਟਰੱਕਾਂ ਵਾਲੇ ਹੈਗੇ, ਅਸੀਂ ਮਤਲਬ ਆਪਣਾ ਸੰਭਲ ਕੇ ਚੱਲੋ ਜੀ, ਚਾਦਰ ਦੇ ਕੇ ਪੈਰ ਪਸਾਰੋ ਬਸ। ਕਹਿੰਦਾ ਮਤਲਬ ਤੁਹਾਨੂੰ ਰਾਤ ਨੂੰ ਨਾ ਜਿਹੜੀ ਸੌਂਦੇ ਆ ਤੁਹਾਨੂੰ ਨੀਂਦ ਆ ਸਕੂਨ ਦੀ ਹੋਣੀ ਚਾਹੀਦੀ, ਚਾਹੇ ਜਿੱਦਾਂ ਮਰਜ਼ੀ ਆ ਕੇ ਤੁਸੀਂ। ਤੇ ਆਪਣੀ ਨਾ ਕਾਹਲੀ ਵਿੱਚ ਸਹੀ ਮੁੜ ਕੇ ਮੇਰੇ ਨਾ ਕਹਿਣ ਦਾ ਮਕਸਦ ਇਹੀ ਆ ਕਿ ਜਿਹੜੇ ਅਸੀਂ ਨਾ ਜਿਹੜੇ ਕੰਮ ਕਰਦੇ ਆ, ਬਰੋਕਰਾਂ ਦੇ ਨਾਲ ਕੰਮ ਕਰਦੇ ਆ, ਅਸੀਂ ਆਪਣੇ ਆਪ ਨੂੰ ਕਿਉਂ ਸਟ੍ਰੈਸ ਲਈਏ? ਕੰਮ ਕਿਸੇ ਦਾ, ਸਾਰਾ ਕੁਝ ਕਿਸੇ ਦਾ, ਸਟ੍ਰੈਸ ਸਾਡੇ ਸਿਰ ਤੇ ਆ। ਅਸੀਂ ਨੋਟਿਸ ਕਰਕੇ ਭਾਈ ਦੇਖਿਓ, ਤੁਸੀਂ ਕਿਸੇ ਟਰੱਕਰ ਵਾਲੇ ਨੂੰ ਪੁੱਛ ਕੇ ਦੇਖਿਓ, ਟਰੱਕਰ ਤੋਂ ਇਲਾਵਾ ਜਿਹੜੇ ਬਾਹਰਲਾ ਕੋਈ ਵੀ ਕੰਮ ਆ, ਚਾਹੇ ਬਰੋਕਰ ਆ, ਚਾਹੇ ਕੋਈ ਮਕੈਨਿਕ ਆ, ਜਾਂ ਕੋਈ ਵੀ ਹੈਗਾ, ਉਹ ਕਿਸੇ ਦੇ ਸਿਰ ਤੇ ਇੰਨੀ ਸਟ੍ਰੈਸ ਨਹੀਂ ਜਿੰਨੀ ਸਾਡੇ ਸਿਰ ਤੇ ਸਟ੍ਰੈਸ। ਸਾਰੀ ਦੁਨੀਆ ਦਾ ਬੋਝ ਅਸੀਂ ਚੱਕੀ ਫਿਰਦੇ ਆ ਤੇ ਸਟ੍ਰੈਸ ਵੀ ਸਾਰੀ ਸਾਡੇ ਸਿਰ ਤੇ ਆ। ਫਾਇਦਾ ਸਾਡਾ ਕੋਈ ਹੁੰਦਾ ਨਹੀਂ ਹੈਗਾ, ਠੀਕ ਹੈ ਨਾ। ਮਕੈਨਿਕ ਕੋਲ ਜਾਓ, ਮਕੈਨਿਕ ਕਹਿੰਦਾ ਭਾਈ ਮੈਂ ਅੱਗੇ ਭਾਈ $80 ਨੂੰ ਲੇਬਰ ਹੁੰਦੀ ਸੀ ਪਰ ਆਵਰ ਦੀ, $200 ਤੱਕ ਲੇਬਰਾਂ ਗਈਆਂ ਪਹੁੰਚੀਆਂ ਵੀ ਮਤਲਬ ਤੁਸੀਂ ਛੱਡ ਹੀ ਗੱਲਾਂ ਦੋ, ਹਰ ਚੀਜ਼ ਮਹਿੰਗੀ ਹੋਈ ਆ। ਅਸੀਂ ਸਾਨੂੰ ਏਦਾਂ ਲੱਗਦਾ ਜਿੱਦਾਂ ਸਾਨੂੰ ਸੇਵਾਦਾਰ ਰੱਖਿਆ ਹੁੰਦਾ ਨਾ ਵੀ ਸਾਡੀ ਤਾਂ। ਤੇ ਕੈਲੀਫੋਰਨੀਆ ਵਿੱਚ ਰੂਲ ਰੈਗੂਲੇਸ਼ਨ ਏਦਾਂ ਬਣਾਉਂਦੇ ਆ ਵੀ ਜਦੋਂ ਦੇਖਿਆ ਵੀ ਨਾ ਫੋਕਸ ਕਰਦੇ ਆ ਵੀ ਟਰੱਕ ਵਾਲਾ ਪੈਸਾ ਚੱਲਿਆ ਹੋਣਾ, ਇਹਨੂੰ ਇੱਕੋ ਜਾਂਦੇ ਕਿਉਂ ਆ। ਹਾਂ, ਨਹੀਂ ਇਹ ਟਰੱਕ ਵਾਲਾ ਨਾ ਵੀ ਬਹੁਤ ਪੈਸਾ ਬਣਾਉਂਦਾ, ਜਿਹੜੇ ਲੋੜ ਪੈਂਦੀ ਨਾ ਸਾਰਾ ਫਿਰ ਟੈਕਸ ਟਰੱਕਾਂ ਵਾਲੇ ਦਾ ਲਾਉਂਦੇ ਤੇ ਕਰਦੇ ਸਾਡੇ ਲਈ ਕੱਖ ਨਹੀਂ ਹੈਗੇ ਨਾ। ਸੋ ਆਪਣੇ ਭਰਾ ਜਿੰਨੇ ਮੇਰੇ ਭਰਾ ਛੋਟੇ ਆ ਵੱਡੇ ਸਾਰੇ ਬਜ਼ੁਰਗ ਜਿੰਨੇ ਵੀ ਹੈਗੇ ਨਾ, ਸਾਨੂੰ ਇਹ ਕਹਿ ਭਰਾਵਾਂ ਚਾਚਿਆਂ ਤਾਇਆਂ ਜਿੱਦਾਂ ਅਸੀਂ ਘਰ ਪਰਿਵਾਰ 'ਚ ਨੇ ਨਾ, ਇੱਦਾਂ ਰਹਿਣ ਦੀ ਲੋੜ ਆ। ਜੇ ਅਸੀਂ ਇੱਦਾਂ ਹੋ ਗਏ ਨਾ ਤੇ ਫਿਰ ਸਾਡਾ ਕੰਮ ਸੈੱਟ ਹੋਣਾ, ਨਹੀਂ ਤਾਂ ਸਾਨੂੰ ਇਹਨਾਂ ਨੇ ਜਾਂ ਕਹਿੰਦੇ ਨਾ ਨੱਥ ਪਾਈ ਤੇ ਭਜਾਈ ਰੱਖ, ਉਹ ਹਿਸਾਬ ਸਾਡਾ ਹੋਣਾ ਜੀ। ਮਿਹਰਬਾਨੀ ਤੁਹਾਡੀ ਬਹੁਤ ਟਾਈਮ ਦੀ। ਸਤਿ ਸ੍ਰੀ ਅਕਾਲ ਜੀ। ਅਮਰਜੀਤ ਜੀ ਸਤਿ ਸ੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਇਕਾਨਮੀ ਦੀ ਗੱਲ ਕੀਤੀ ਸੀਗੀ ਨਾ, ਜਿਹੜੀ ਇਕਾਨਮੀ ਆ ਉਹ ਲੋਕ ਚਲਾਉਂਦੇ ਆ, ਜਿੱਦਾਂ ਅਮਰੀਕਨ ਲੋਕ ਜੀ। ਇਹ ਗਵਰਨਮੈਂਟ ਨਹੀਂ ਚਲਾਉਂਦੀ ਹੈ ਨਾ। ਗਵਰਨਮੈਂਟ ਨਿਕਲ ਕੇ ਐਡਜਸਟਮੈਂਟ ਕਰ ਸਕਦੀ ਆ, ਪਰ ਜਿਹੜੀ ਇਕਾਨਮੀ ਡਿਟਰਮਨ ਹੁੰਦੀ ਆ ਉਹ ਲੋਕਾਂ ਦੇ ਹਿਸਾਬ ਨਾਲ ਡਿਟਰਮਨ ਹੁੰਦੀ ਆ ਵੀ ਉਹਨੇ ਕਿੱਦਾਂ ਪਰਚੇਸ ਕਰਨਾ, ਕੀ ਸੈਲ ਕਰਨਾ। ਸਾਨੂੰ ਚੇਤਾ ਆਉਣਾ ਨਾ 20 ਸਾਲ ਪਹਿਲਾਂ ਜਦੋਂ ਗਵਰਨਮੈਂਟ ਸ਼ਟਡਾਊਨ ਹੋ ਗਈ ਸੀਗੀ 2-3 ਮਹੀਨਿਆਂ ਲਈ, ਇਕਾਨਮੀ ਫੇਰ ਵੀ ਉੱਦਾਂ ਹੀ ਚਲੀ ਗਈ ਸੀਗੀ, ਉਹ ਕੋਈ ਅਸਰ ਨਹੀਂ ਹੋਇਆ ਸੀਗਾ। ਜਿੱਦਾਂ ਜਗਰੂਪ ਭਾਜੀ ਨੇ ਦੱਸਿਆ ਉਹ ਸਾਰਾ ਕੁਝ ਸਹੀ ਆ ਨਾ, ਇਕਾਨਮੀ ਦੇ ਥੱਲੇ ਡਿੱਗਣੀ ਆ। ਇਹ ਹੋਇਆ ਦੱਸਾਂ ਕਾਹਤੇ ਕਰਕੇ, ਓਵਰ ਸਪੈਂਡਿੰਗ ਬਹੁਤ ਹੋਈ ਆ ਇਕਾਨਮੀ ਵਿੱਚ। ਲੋਕਾਂ ਨੇ ਵੀ ਬਹੁਤ ਓਵਰ ਸਪੈਂਡ ਕੀਤਾ, ਗਵਰਨਮੈਂਟ ਨੇ ਵੀ ਬਹੁਤ ਓਵਰ ਸਪੈਂਡ ਕੀਤਾ। ਆਪਾਂ ਹੁਣ ਦੇਖਦੇ ਹਾਂ ਵੀ ਕਿੰਨਾ ਪੈਸਾ ਇਹਨਾਂ ਨੇ ਯੂਕਰੇਨ ਵਿੱਚ ਸਿੱਟਿਆ, ਨਾਲੇ ਇਜ਼ਰਾਈਲ ਵਿੱਚ ਸਿੱਟਿਆ ਨਾ, ਉਹਦਾ ਅਸਰ ਤਾਂ ਕੁਛ ਹੋਣਾ ਹੀ ਆ ਨਾ। ਆਪਾਂ ਪ੍ਰੋਡਿਊਸ ਕੁਛ ਕਰ ਨਹੀਂ ਰਹੇ, ਉਹਦੇ ਪੈਸੇ ਪ੍ਰਿੰਟ ਕਰਕੇ ਦੇਈ ਜਾਂਦੇ ਆ। ਸੋ ਇਹਦੇ ਹਾਂਜੀ, ਸੋ ਲੋਕਾਂ ਨੇ ਡਿਟਰਮਨ ਕਰਨਾ ਵੀ ਇਕਾਨਮੀ ਕਿੱਧਰ ਨੂੰ ਜਾਣੀ ਆ। ਐਂਡ ਆਪਾਂ ਨੂੰ ਲੱਗਦਾ ਵੀ ਬੜਾ ਵਧੀਆ ਨਹੀਂ ਮੋਰੇ ਆਊਟਲੁੱਕ।
ਕੁਝ ਸਮਾਂ ਜਿਹੜਾ ਅਜੇ ਇਦਾਂ ਦਾ ਹੀ ਜਿਹੜਾ ਉਹ ਚੱਲਣਾ ਹੈ। ਬਿਲਕੁਲ, ਹਾਂਜੀ ਥੈਂਕ ਯੂ ਅਮਰਜੀਤ ਸਹੀ ਜੀ, ਗੱਲ। ਥੈਂਕ ਯੂ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਾਸਟ ਕਾਲ ਲੈਂਦੇ ਆ ਰਮਨ ਜੀ, ਪਰਮਜੀਤ ਜੀ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਹੁਣੇ ਆਪਣੇ ਰਮਨ ਸਾਹਿਬ ਨੇ ਦੱਸਿਆ ਵੀ ਕਈ ਟਰੱਕ 3 ਜਗ੍ਹਾ ਦੇ ਲੋਨ ਹੋਏ ਆ। ਮੈਂ ਤੁਹਾਨੂੰ ਚੌਥੀ ਜਗ੍ਹਾ ਦਾ ਲੋਨ ਦੱਸਣਾ ਚਾਹੁੰਦਾ ਜੀ। ਜੀ ਜੀ। ਜਿਹੜੇ ਵੀਰ ਮੇਰੇ ਹਰਿਆਣੇ ਤੋਂ ਆਏ ਸੀਗੇ ਨਾ, ਨਾ ਤਾਂ ਇਹਨਾਂ ਕੋਲ ਪੇਪਰ ਸੀਗੇ, ਨਾ ਕ੍ਰੈਡਿਟ ਸੀ ਵਿਚਾਰਿਆਂ ਦਾ, ਨਾ ਪੈਸੇ ਸੀ। ਇਹਨਾਂ ਨੇ ਹਰਿਆਣੇ ਵਿੱਚ ਆਪਣੀਆਂ ਜ਼ਮੀਨਾਂ ਪਲੈਜ ਕਰਾਈਆਂ ਆ ਪ੍ਰਾਈਡ ਨੂੰ। ਉਹ ਤੁਹਾਡੀ ਭਲੀ ਹੋ ਜੇ। ਇੱਕ ਬੰਦੇ ਨੇ ਨਹੀਂ, ਹਜ਼ਾਰਾਂ ਬੰਦਿਆਂ ਨੇ, ਮੇਰੇ ਕੋਲ ਨਾਂ ਦਾ ਦੱਸ ਸਕਦਾ, ਹਜ਼ਾਰਾਂ ਬੰਦਿਆਂ ਨੇ ਉਹ ਉੱਦਾਂ ਹੀ ਜਾਂਦੀਆਂ ਲੱਗਣੀਆਂ, ਦੇਖਿਓ ਤੁਸੀਂ ਹੁਣ। ਉਹ ਅੱਛਾ ਜੀ। ਉਹ ਹਾਂਜੀ ਉਹ ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਕਿਹੜਾ ਕਾਨੂੰਨ ਆ, ਜਿਹੜਾ ਤਗੜਾ ਬੰਦਾ ਉਹ ਸਭ ਕੁਝ ਲੈ ਜਾਂਦਾ। ਦੂਜੀ ਗੱਲ ਇਹ ਆ, ਇਹ ਜਿਹੜੀ ਕੰਪਨੀ ਆ ਨਾ ਤਾਂ ਕੈਨੇਡਾ ਦੇ ਬੰਦੇ ਦੀ, ਨਾ ਅਮਰੀਕਾ ਦੇ ਬੰਦੇ ਦੀ ਆ। ਇਹ ਆਪਣੇ ਮੈਂ ਨਾਂ ਨਹੀਂ ਲਊਂਗਾ, ਆਪਣੇ ਪੰਜਾਬ ਦੇ ਇੱਕ ਪੋਲੀਟੀਸ਼ੀਅਨ ਦੀ ਕੰਪਨੀ ਆ। ਇਹਨਾਂ ਦਾ ਆਪਾਂ ਉੱਦਾਂ ਹੀ ਬਦਨਾਮ ਕਰੀ ਜਾਂਦੇ ਆ ਵੀ ਕੈਨੇਡਾ ਨੇ ਆਹ ਕਰਤਾ, ਆਹ ਕਰਤਾ। ਇਹ ਤਾਂ ਬਹੁਤ ਵੱਡਾ ਇੱਕ ਰੈਕਟ ਆ ਜੀ, ਛੋਟੀ ਜਿਹੀ ਗੱਲ ਨਹੀਂ ਹੈਗੀ ਜੀ। ਤੇ ਬਿਲੀਅਨ ਡਾਲਰ ਲੱਗੇ ਹੋਏ, ਐਵੇਂ ਹੀ ਛੋਟੀ ਗੱਲ ਨਹੀਂ ਹੈਗੀ। ਮੈਂ ਇੰਨਾ ਹੀ ਕਹਿਣਾ ਬਸ, ਬਾਕੀ ਹੋਰ ਨਾ ਪੁੱਛਿਓ। ਇਸ ਗੱਲ ਨਾਲ ਮੈਂ ਸਹਿਮਤ ਨਹੀਂ ਗਾ। ਇਹ ਜੇ ਇੰਡੀਆ ਵਾਲੇ ਕਿਸੇ ਪੋਲੀਟੀਸ਼ੀਅਨ ਦੀ ਕੰਪਨੀ ਆ, ਅੱਗੇ ਜਿਹੜਾ ਕਹਿੰਦੇ ਹੁੰਦੇ ਆ ਕਠਪੁਤਲੀ ਹੁੰਦੀ ਆ, ਅਸਰ ਉੱਤੇ ਹੀ ਹੁੰਦਾ ਆ। ਇੰਡੀਆ ਵਾਲੇ ਦਾ ਹੁਣ ਨਹੀਂ, ਇੱਥੇ ਦੇ ਰੂਲ ਤਾਂ ਜਿਨ੍ਹਾਂ ਨੇ ਚਲਾਈ ਉਹਨਾਂ ਤੇ ਹੀ ਆਉਣੇ ਆ। ਨਹੀਂ ਰਾਜਕਿਰਨ, ਦੇਖੋ ਇੰਡੀਆ ਵਾਲੇ ਦਾ ਤੁਸੀਂ ਨਾਮ ਹੀ ਨਹੀਂ ਲਿਆ ਅਜੇ ਤੱਕ। ਇੱਥੋਂ ਵਾਲੇ ਨੂੰ ਅਸਰ ਤਾਂ ਇੱਥੋਂ ਵਾਲੇ ਤੇ ਹੋਣਾ ਆ। ਜਦੋਂ ਕਿਸੇ ਨੇ ਤੁਹਾਨੂੰ ਕਿਹਾ ਵੀ ਖੂਹ 'ਚ ਛਾਲ ਮਾਰਦੇ, ਜੇ ਤੁਸੀਂ ਮਾਰਦੇ ਆ ਤੁਹਾਡੀ ਗਲਤੀ ਆ। ਤੁਹਾਨੂੰ ਇੰਡੀਆ ਵਾਲਾ ਪੋਲੀਟੀਸ਼ੀਅਨ ਆਣ ਕੇ ਕਹਿੰਦਾ ਵੀ ਭਾਈ ਤੂੰ ਕਰਦੇ ਕੰਮ ਤੇ ਤੁਸੀਂ ਕੀਤਾ ਤੇ ਤੁਹਾਡੀ ਗਲਤੀ ਆ। ਅਸੀਂ ਤਾਂ ਤੁਹਾਨੂੰ ਲੋਕਾਂ ਨੇ ਤਾਂ ਇਹਨਾਂ ਨੂੰ ਮੰਨਣਾ ਆ। ਇੰਡੀਅਨ ਵਾਲੇ ਪੋਲੀਟੀਸ਼ੀਅਨ ਦਾ ਤੁਸੀਂ ਨਾਮ ਹੀ ਨਹੀਂ ਦੱਸਿਆ। ਬਿਲਕੁਲ ਸਹੀ ਜੀ, ਬਿਲਕੁਲ। ਤੇ ਰਮਨ ਜੀ ਸਮਾਂ ਸਮਾਪਤ ਹੈ। ਧੰਨਵਾਦ, ਮਿਹਰਬਾਨੀ ਪ੍ਰੋਗਰਾਮ ਦੇ ਲਈ। ਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ, ਹੋਪਫੁਲੀ ਬੈਟਰ ਜਿਹੜੀ ਆ ਸਥਿਤੀਆਂ ਦੇ ਵਿੱਚ। ਤੇ ਪਰ ਜੋ ਰਿਐਲਿਟੀ ਉਹ ਆਪਾਂ ਤੁਹਾਨੂੰ ਦੱਸਦੇ ਰਵਾਂਗੇ। ਕਿਸੇ ਨੂੰ ਠੀਕ ਲੱਗੂ, ਕਿਸੇ ਨੂੰ ਮਾੜੀ ਲੱਗੂਗੀ, ਪਰ ਸੱਚ ਹੀ ਆ। ਧੰਨਵਾਦ ਰਮਨ ਜੀ, ਮਿਹਰਬਾਨੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਥੇ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਮਵੀਰ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।